कि बीजेपी अकाली दल का गठजोड़ हो जाऊगा, क्योंकि आम आदमी पार्टी या कांग्रेस का गठजोड़ हो जाऊगा जो दिल्ली में होया सी। ਇਹ ਤਾਂ ਸੁਭਾਵਿਕ ਜੀ ਗੱਲ ਹੋ ਰਹੀ ਹੈ ਕਿ ਜੇਕਰ ਅਕਾਲੀ ਔਰ ਬੀਜੇਪੀ ਦਾ ਗਰੁੱਪ ਇੰਨੀਆਂ ਕੁ ਸੀਟਾਂ ਲੈ ਜਾਂਦਾ ਨੇੜੇ ਤੇੜੇ ਕਿ ਉਹ ਰਿੜ ਕੇ ਸਰਕਾਰ ਬਣਾ, ਤਾਂ ਇਹ ਸਰਕਾਰ ਮੇਰੇ ਖਿਆਲ ਹੈ ਇੱਕ ਨੈਚੁਰਲ ਜਾ, ਕਿਉਂਕਿ ਪੁਰਾਣਾ ਇੱਕ ਮਾਹੌਲ ਹੈ, ਬਾਰ-ਬਾਰ ਟੁੱਟਦੇ ਨੇ ਅਲਾਇੰਸ ਤੇ ਬਣਦੇ ਨੇ। ਇਹ ਕੋਈ ਬਹੁਤ ਬੜਾ ਔਖਾ ਕੰਮ ਨਹੀਂ ਹੈ, ਇਹ ਤਾਂ ਹੋ ਹੀ ਜਾਣਾ ਇਹਨਾਂ ਦਾ ਜੇਕਰ ਇਸ ਤਰੀਕੇ ਦਾ ਹੋਏਗਾ। ਸ਼੍ਰੋਮਣੀ ਅਕਾਲੀ ਦਲ ਜੇ ਬੀਜੇਪੀ ਦਾ ਗਠਜੋੜ ਹੋ ਜਾਂਦਾ, ਜੋ ਇੱਕ ਉਹਨਾਂ ਨੇ ਗਠਜੋੜ ਤੋੜਿਆ ਸੀ ਵੀ ਅਸੀਂ ਹੁਣ ਇਹਨਾਂ ਨਾਲ ਗਠਜੋੜ, ਫਿਰ ਪੰਜਾਬ ਦੇ ਲੋਕ ਕਿੱਦਾਂ ਦੇਖਣਗੇ ਕਿ ਵਾਕਈ ਉਹ ਬੈਕ ਕਰ ਜਾਣਗੇ, ਵਾਪਸ ਆਪਣੀ ਜਗ੍ਹਾ ਤੇ ਆ ਜਾਏਗੀ ਸ਼੍ਰੋਮਣੀ ਅਕਾਲੀ ਦਲ, ਕਿ ਫਿਰ ਲੋਕ ਇਸ ਉੱਪਰ ਡਬਲ ਰਿਐਕਟ ਕਰਨਗੇ? ਦੇਖੋ ਲੋਕਾਂ ਨੇ ਕੀ ਕਰਨਾ, ਰਿਐਕਟ ਤਾਂ ਕਰਨਗੇ, ਪਰ 5 ਸਾਲ ਤੋਂ ਪਹਿਲਾਂ ਲੋਕਾਂ ਕੋਲ ਕੋਈ ਹੱਕ ਹੈ। ਅੰਦੋਲਨ ਤੋਂ ਬਾਅਦ ਬੀਜੇਪੀ 'ਚ ਧੜਾ ਧੜ ਜਾ ਰਹੇ ਨੇ ਚੱਕ ਕੇ ਉਹੀ ਬੰਦੇ ਜਿਹੜੇ ਅਕਾਲੀ ਦਲ 'ਚੋਂ ਵੀ ਜਾ ਰਹੇ ਨੇ, ਹੋਰਾਂ ਪਾਰਟੀਆਂ 'ਚੋਂ ਵੀ ਜਾ ਰਹੇ ਨੇ। ਜੇ ਉਹ ਕਦਰਾਂ ਕੀਮਤਾਂ ਉਹ ਸੰਗ ਸ਼ਰਮ ਸਾਡੇ ਬਾਕੀ ਜਗ੍ਹਾ ਨਹੀਂ ਤਾਂ ਇੱਥੇ ਹੋਣ ਦੇ ਤਾਂ ਚਾਂਸ ਨਹੀਂ ਹੈ। ਇਹਨਾਂ ਨੇ ਤਾਂ ਸਗੋਂ ਇਹ ਕਹਿਣਾ ਕਿ ਅਸੀਂ ਫਿਰ ਵੀ ਜਦ ਮੌਕਾ ਆਊਗਾ ਅਸੀਂ ਕਿਸਾਨਾਂ ਦੇ ਨਾਲ, ਅਸੀਂ ਲੋਕਾਂ ਦੇ ਨਾਲ ਆ, ਫਿਰ ਛੱਡ ਦਾਂਗੇ ਜੀ। ਦੇਖੋ ਅਸੀਂ ਪਹਿਲਾਂ ਵੀ ਛੱਡੀ ਹੈ। ਇੱਕ ਲੌਜਿਕ ਹੀ ਦੇਣਾ ਹੁੰਦਾ ਹੈ, ਦਲੀਲ ਦੇਣ 'ਚ ਕੀ ਫਰਕ ਪੈਂਦਾ? ਸਾਰੇ ਰਲ ਮਿਲ ਕੇ ਜੀ ਪੰਜਾਬ ਨੂੰ ਉੱਪਰ ਡਬਲ ਇੰਜਣ ਦੀ ਸਰਕਾਰ ਹੈ, ਡਬਲ ਇੰਜਣ ਫਿਰ ਵੀ ਚੱਲ ਜਾਊਗਾ, ਜੋ ਮਰਜ਼ੀ ਚਲਾਓ। ਜੇ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੋ ਜਾਂਦਾ, ਕੈਪਟਨ ਸਾਹਿਬ ਵੀ ਤਾਂ ਉਸ ਪਾਸੇ ਹੈਗੇ ਨਾ, ਫਿਰ ਇਹ ਕਿੱਦਾਂ ਅਲਾਇੰਸ ਨੂੰ ਦੇਖਿਆ ਜਾਊਗਾ? ਕਿਉਂਕਿ ਕੈਪਟਨ ਜੋ ਕਾਂਗਰਸ ਵਿੱਚ ਖਿਲਾਫ ਬੋਲਦੇ ਅਕਾਲੀ ਦਲ ਦੇ। ਨਾ ਕੋਈ ਗੱਲ ਨਹੀਂ, ਕੈਪਟਨ ਉਹਦੀ ਪਹਿਲਾਂ ਕਿੰਨੇ ਵਾਰ ਅਕਾਲੀ ਦਲ 'ਚ ਗਏ ਨੇ ਤੇ ਫਿਰ ਕਾਂਗਰਸ 'ਚ ਆਏ ਨੇ। ਕੈਪਟਨ 84 ਤੋਂ ਬਾਅਦ ਅਕਾਲੀ ਦਲ 'ਚ ਆਏ, 85 ਦੇ ਅਕਾਲੀ ਮਿਨਿਸਟਰੀ ਦੇ ਵਿੱਚ ਮਿਨਿਸਟਰ ਸੀਗੇ, ਐਗਰੀਕਲਚਰ ਮਿਨਿਸਟਰ ਸੀ। ਉਸ ਤੋਂ ਬਾਅਦ ਫਿਰ 92 ਦੇ ਵਿੱਚ ਅਕਾਲੀ ਦਲ ਨੇ ਨਹੀਂ ਲੜੀ ਚੋਣ, ਉਹਨਾਂ ਨੇ ਆਪਣਾ ਅਕਾਲੀ ਦਲ ਪੰਥਕ ਬਣਾ ਲਿਆ। ਫਿਰ 97 'ਚ ਟਿਕਟ ਮੰਗਦੇ ਸੀ ਅਕਾਲੀ ਦਲ ਤੋਂ, ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ, ਫਿਰ 98 'ਚ ਕਾਂਗਰਸ 'ਚ ਆਏ। ਇਹ ਕੋਈ ਨਵੀਂ ਗੱਲ ਹੈ? ਇਹ ਸਾਰੀਆਂ ਗੱਲਾਂ ਹੀ ਉਸੇ ਤਰੀਕੇ ਨਾਲ ਚੱਲਦੀਆਂ ਨੇ, ਨਵੀਂ ਕੀ ਗੱਲ, ਨਵਾਂ ਕੁਝ ਨਹੀਂ ਹੈ। ਬਲਕਿ ਹੁਣ ਤਾਂ ਸਗੋਂ ਸਾਂਝਾ ਜਿਹਾ ਅਲਾਇੰਸ ਉਹ ਕਹਿਣਗੇ ਆਪਾਂ ਇਕੱਠੇ ਕਰਦੇ ਹਾਂ ਜੀ। ਦੇਖ ਇਹ ਤੋਂ ਪਹਿਲਾਂ ਇਲਜ਼ਾਮ ਕੀ ਲਾਉਂਦੇ ਸੀ ਕਾਂਗਰਸੀ? ਇਲਜ਼ਾਮ ਇਹ ਲਾਉਂਦੇ ਸੀ ਵੀ ਕੈਪਟਨ ਸੁਖਬੀਰ ਬਾਦਲ ਉਹਨਾਂ ਨਾਲ ਮਿਲਿਆ ਹੋਇਆ ਤੇ ਨਾਲ ਲਾਉਂਦੇ ਸੀ ਮੋਦੀ ਉਹਨਾਂ ਨਾਲ ਮਿਲਿਆ ਹੋਇਆ। ਫਿਰ ਤਾਂ ਉਹ ਮਿਲੇ ਹੋਏ ਸਾਰੇ ਇਕੱਠੇ ਹੋ ਜਾਣਗੇ, ਫਿਰ ਕੀ ਫਰਕ ਪੈਂਦਾ? ਪਰ ਉਹ ਲੜਾਈ ਅਸੂਲਨ ਲੜਾਈ ਨਹੀਂ ਹੁੰਦੀ। ਉਹ ਲੜਾਈ ਇਹੋ ਜਿਹੀ ਲੜਾਈ ਹੁੰਦੀ ਹੈ ਕਿ ਜੇ ਤੇਰੇ ਨਾਲ ਗਲ ਬੱਕੜੀ ਪਾ ਕੇ ਮੈਨੂੰ ਸੱਤਾ ਮਿਲਦੀ ਹੈ ਤਾਂ ਮੈਂ ਉਹ ਲੈ ਲੈਂਦਾ, ਜੇ ਤੈਨੂੰ ਗਾਲ ਕੱਢ ਕੇ ਮੈਨੂੰ ਸੱਤਾ ਮਿਲਦੀ ਹੈ ਤਾਂ ਮੈਂ ਗਾਲ ਕੱਢ ਲੈਂਦਾ। ਮਾਮਲਾ ਕੇਵਲ ਸੱਤਾ ਤੱਕ ਪਹੁੰਚਣ ਦਾ ਹੁੰਦਾ, ਉਹਦੇ 'ਚ ਕੋਈ ਅਸੂਲ ਨਹੀਂ। 49 ਦਿਨ ਦੀ ਸਰਕਾਰ ਚੱਲੀ ਸੀ ਕੇਜਰੀਵਾਲ ਦੀ, ਜਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਮਝੌਤਾ ਕੀਤਾ ਸੀ। ਜੇ ਇੱਥੇ ਵੀ ਹੋ ਸਕਦਾ ਸਮਝੌਤਾ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ, ਜੇ ਸਰਕਾਰ ਬਣਾਉਣ ਦੀ ਲੋੜ ਪੈ ਗਈ ਤਾਂ? ਉਹ ਤਾਂ ਕੋਈ ਵੀ ਪਾਰਟੀ ਕਹੂਏ। ਮੰਨ ਲਓ ਜੇ ਕਾਂਗਰਸ ਇਹ ਚਾਹੁੰਦੀ ਹੈ ਕਿ ਬੀਜੇਪੀ ਅਕਾਲੀ ਬਾਹਰ ਰਹੇ, ਕਾਂਗਰਸ ਇਹ ਕਹਿ ਸਕਦੀ ਹੈ ਵੀ ਜੇ ਮੈਜੋਰਟੀ ਵੱਧ ਸੀਟਾਂ ਕੇਜਰੀਵਾਲ ਨੂੰ ਨੇ ਵੀ ਅਸੀਂ ਤੇਰੀ ਬਾਹਰੋਂ ਹਮਾਇਤ ਕਰ ਦਿੰਦੇ ਹਾਂ, ਬਣਾ ਸਰਕਾਰ। ਫਿਰ ਸਰਕਾਰ ਕਿਉਂ ਨਹੀਂ ਬਣਾਉਂਦਾ? ਤੂੰ ਬੀਜੇਪੀ ਨਾਲ ਮਿਲਿਆ ਹੋਇਆ, ਜਾਂ ਆਪ ਕਾਂਗਰਸ ਨੂੰ ਕਹਦੇ ਮੈਂ ਤੇਰੀ ਬਾਹਰੋਂ ਸਪੋਰਟ ਕਰ। ਜ਼ਰੂਰੀ ਤਾਂ ਨਹੀਂ ਸਰ, ਮਤਲਬ ਸਪੋਰਟ ਦੋ ਟਾਈਪ ਦੀ ਹੁੰਦੀ ਹੈ ਨਾ, ਕਿ ਇੱਕ ਤਾਂ ਮਿਲ ਕੇ ਇਕੱਠੀ ਸਰਕਾਰ ਬਣਾਉਣਾ ਗੱਠਜੋੜ 'ਚ, ਇੱਕ ਬਾਹਰੋਂ ਸਪੋਰਟ ਨਾਲ ਤਾਂ ਕਈ ਵਾਰ ਸਰਕਾਰ ਬਣੀਆਂ ਸਾਡੇ। ਸੀਟਾਂ ਜ਼ਿਆਦਾ ਲੈ ਜਾਂਦਾ ਪਾਰਟੀ, ਕੋਈ ਵੀ ABCD ਪਾਰਟੀ ਲੈ ਜਾਂਦੀ ਹੈ। ਜੇ 4 5 ਜਾਂ 7 MLA ਰਹਿ ਗਏ, ਫਿਰ ਲੱਗਦਾ ਵੀ MLA ਨੂੰ ਪੱਟਿਆ ਜਾਊਗਾ ਜੋ ਬਾਕੀ ਜਗ੍ਹਾ ਤੋਂ ਜਿੱਤ ਗਏ ਹੋਣਗੇ, ਜਾਂ ਪੈਸੇ ਦੀ ਲੈਣ ਦੇਣ ਲੈ ਕੇ। ਕਿਉਂਕਿ ਆਪਾਂ ਚਰਚਾ ਸੁਣਦੇ ਆਏ ਆ ਵੀ ਜੇ ਘੱਟ MLA ਰਹਿ ਗਏ ਉਦੋਂ ਪੱਟ ਕੇ ਇੱਧਰ ਲਿਓ, ਚਾਹੇ ਲਾਲਚ ਦੇ ਕੇ ਲਿਓ। ਨਹੀਂ, ਇਹ ਤਾਂ ਦਸਤੂਰ ਹੈ ਸਾਡੇ ਸਾਰੇ ਲੋਕਤੰਤਰ ਦਾ। ਮੰਡੀ ਲੱਗੀ ਹੈ ਤੇ ਇਹ ਤੋਂ ਪਹਿਲਾਂ ਵੀ ਤਾਂ ਜੇ ਟਿਕਟਾਂ ਦੇ ਇਲਜ਼ਾਮ ਲੱਗ ਸਕਦੇ ਨੇ ਕਿ ਟਿਕਟਾਂ ਖਰੀਦੀਆਂ ਗਈਆਂ ਨੇ, ਵੇਚੀਆਂ ਗਈਆਂ ਨੇ, ਤਾਂ ਪੋਲੀਟਿਕਸ ਇੰਨੀ ਕਰਪਟ ਹੋ ਗਈ ਹੈ। ਤਾਂ ਲੋਕ ਇਹੀ ਕਹਿੰਦੇ ਨੇ ਵੀ ਜਿਹੜਾ ਬੰਦਾ ਕਰੋੜਾਂ ਰੁਪਇਆ ਲਾਉਂਦਾ ਹੈ ਉਹ ਕਿੱਥੋਂ ਲਿਆਊਗਾ ਮੁੜ ਕੇ? ਉਹ ਬਣਾਉਣ ਲਈ ਲਿਆਉਂਦਾ ਨਾ, ਉਹ ਸੱਤਾ ਦਾ ਹਿੱਸਾ ਬਣਨਾ ਚਾਹੁੰਦਾ, ਮੁੜ ਕੇ ਤਾਂ ਉਹ ਉਸ ਲੈਵਲ 'ਤੇ ਨਹੀਂ ਬਣਨਾ ਚਾਹੁੰਦਾ। ਇਹ ਤਾਂ ਕੋਈ ਨੋਰਮਲ ਸਵਾਲ ਹੈ। ਕੋਈ ਵੀ ਕਹਿ ਦੂਗਾ ਕਿ ਹਾਂਜੀ ਖਰੀਦੇ ਵੀ ਜਾਣ ਕੇ, ਏਜੰਸੀਆਂ ਵੀ ਵਰਤੀਆਂ ਜਾਂਦੀਆਂ ਨੇ ਆਪਣੇ ਨਾਲ ਰਲਾਉਣ ਲਈ, ਸਭ ਕੁਝ ਹੁੰਦਾ। ਬਾਈ ਹੁੱਕਾ ਰੁਕ ਲੋਕ ਕਹਿੰਦੇ ਨੇ ਆਪਣੀ ਸਰਕਾਰ ਬਣੇ ਜਿਵੇਂ ਮਰਜ਼ੀ ਹੈ, ਚੱਕ ਲੈ ਜਾਂਦੇ ਨੇ ਹੋਟਲਾਂ 'ਚ ਬਠਾਠਾ ਲਾਉਂਦੇ ਨੇ ਇੰਨੇ ਮਹੀਨੇ। ਕਰਨਾਟਕ ਦੇ ਬੰਦੇ ਬੰਬੇ ਰੱਖੇ ਜਾਂਦੇ ਨੇ ਲਿਆ ਕੇ, ਕਿਤੇ ਦਾ ਬੰਦਾ ਕਿਤੇ ਰੱਖੇ ਜਾਂਦੇ ਨੇ। ਸਾਡੇ ਸਾਹਮਣੇ ਤਾਂ ਇਹ ਢਾਂਚਾ, ਇਹ ਸਾਰਾ ਕੁਝ ਵਾਪਰਦਾ। ਔਰ ਬੰਦੇ ਖਰੀਦਣ ਦੇ ਮਾਮਲੇ 'ਚ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਜ਼ਾ ਤੱਕ ਮਤਲਬ ਕੋਰਟਾਂ 'ਚ ਪੇਸ਼ੀਆਂ ਭੁਗਤਦਾ ਰਿਹਾ ਹੈ। ਚੋਣਾਂ ਹੋ ਗਈਆਂ ਨੇ 20 ਤਰੀਕ ਨੂੰ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਸ ਤੇ ਮੋਲ ਪੱਖਿਆ ਹੋਇਆ ਸੀ, ਅਲੱਗ-ਅਲੱਗ ਉਮੀਦਵਾਰਾਂ ਦੀ ਗੱਲ ਕੀਤੀ ਜਾਂਦੀ ਸੀ। ਸਭ ਤੋਂ ਮੇਨ ਮੁੱਦਾ ਸੀ ਕਾਂਗਰਸ ਪਾਰਟੀ ਦੇ ਵਿੱਚ ਚਿਹਰੇ ਨੂੰ ਲੈ ਕੇ ਵੀ ਕਿਹੜਾ ਉਮੀਦਵਾਰ ਹੋਊਗਾ। ਆਮ ਆਦਮੀ ਪਾਰਟੀ ਦੀ ਵੀ ਉਹੀ ਸਮੱਸਿਆ ਸੀ, ਪਰ ਦੋਨੋਂ ਜਗ੍ਹਾ ਦੇ ਉੱਤੇ ਐਲਾਨੇ ਜਾਂਦੇ ਨੇ ਵੀ CM ਦਾ ਚਿਹਰਾ ਕੌਣ ਹੋਊਗਾ। ਜਿਸ ਤਰੀਕੇ ਨਾਲ ਚੋਣ ਦੀ ਪ੍ਰਕਿਰਿਆ ਅੱਗੇ ਵਧੀ ਹੈ, ਚੋਣਾਂ ਤੋਂ ਕੁਝ ਦਿਨ ਪਹਿਲਾਂ ਕਿ ਵਾਕਈ ਹੀ ਇਹਨਾਂ ਦੋਨਾਂ ਚਿਹਰਿਆਂ ਨੇ, ਭਗਵੰਤ ਮਾਨ ਤੇ ਚਰਨਜੀਤ ਸਿੰਘ ਚੰਨੀ ਦੇ ਚਿਹਰਿਆਂ ਨੇ ਕੰਮ ਕੀਤਾ। ਉਸ ਤੋਂ ਪਹਿਲਾਂ ਦਾ ਕੀ ਰੁਝਾਨ ਸੀ ਤੇ ਉਸ ਤੋਂ ਬਾਅਦ ਕੀ ਰੁਝਾਨ ਹੋਇਆ? ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਸਰਦਾਰ ਸੁਖਬੀਰ ਸਿੰਘ ਬਾਦਲ ਪਹਿਲਾਂ ਹੀ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਸੀ, ਬਸਪਾ ਦੇ ਨਾਲ ਗੱਠਜੋੜ ਸੀ ਕਿ ਚਿਹਰਾ
ਉਹੀ ਹੋਣਗੇ। ਹੁਣ ਸਭ ਤੋਂ ਅਹਿਮ ਸਵਾਲ ਹੁੰਦਾ ਹੈ ਕਿ ਅਲੱਗ-ਅਲੱਗ ਸਟੇਟਮੈਂਟ ਆਉਣੀ ਸ਼ੁਰੂ ਹੋ ਗਈਆਂ ਨੇ ਚੋਣਾਂ ਤੋਂ ਬਾਅਦ। ਕੋਈ ਕਹਿ ਰਿਹਾ ਕਿ ਗੱਠਜੋੜ ਦੀ ਸਰਕਾਰ ਬਣੂਗੀ, ਕੋਈ ਇਹ ਕਹਿ ਰਿਹਾ ਕਿ ਨਹੀਂ ਇੱਕ ਸਿਆਸੀ ਪਾਰਟੀ ਜੋ ਹੈ ਉਹ ਸਰਕਾਰ ਬਣਾ ਲੂਗੀ। ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਲੈ ਕੇ ਜਾਂ ਕਾਂਗਰਸ ਪਾਰਟੀ ਨੂੰ ਲੈ ਕੇ ਕੋਈ ਫੈਕਟ ਦੀ ਗੱਲ ਹੋਈ ਹੈ ਕਿ ਦਲਿਤ ਚਿਹਰਾ ਲਿਆਉਣ ਦੇ ਨਾਲ ਕਿ ਦਲਿਤ ਦੀਆਂ ਵੋਟਾਂ ਜੋ ਨੇ ਉਹ ਕਾਂਗਰਸ ਪਾਰਟੀ ਨੂੰ ਭੁਗਤ ਗਈਆਂ ਨੇ, ਕਿ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਦਾ ਚਿਹਰਾ ਲਿਆਉਣ ਦੇ ਨਾਲ ਕਿ ਆਮ ਆਦਮੀ ਪਾਰਟੀ ਦੀ ਵੋਟਾਂ ਭੁਗਤ ਗਈਆਂ ਨੇ, ਕਿ ਸ਼੍ਰੋਮਣੀ ਅਕਾਲੀ ਦਲ ਵਾਪਸ ਆ ਜਾਊਗਾ ਉਸੇ ਮੋੜ ਵਿੱਚ? ਇਹ ਸਾਰੇ ਸਵਾਲ ਨੇ। ਤਾਂ 20 ਤਰੀਕ ਤੋਂ ਲੈ ਕੇ 10 ਤੱਕ ਹਰ ਇੱਕ ਮਨ ਦੇ ਵਿੱਚੋਂ ਨਹੀਂ ਚਰਚਾ ਵੀ ਕਿਸ ਦੀ ਸਰਕਾਰ ਆਊਗੀ। ਤਾਂ ਚਰਚਾ ਵੀ ਕਰਾਂਗੇ ਕਿ ਵਾਕਈ ਜੇ ਸਰਕਾਰ ਨਹੀਂ ਬਣਦੀ ਤਾਂ ਕੀ ਹੋਊਗਾ, ਜੇ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਕਿ ਗੱਠਜੋੜ ਦੀ ਹੋਊਗੀ ਜਾਂ ਇੱਕੋ ਹੀ ਮੋਦੀ 'ਚੋਂ ਪੰਜਾਬ ਜਿਹੜਾ ਉਹ ਲੰਘ ਗਿਆ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਹਮੀਤ ਸਿੰਘ, ਚਰਚਾ ਉਹਨਾਂ ਨਾਲ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਸ਼ੁਕਰੀਆ। ਸਰ ਪਹਿਲਾਂ ਮੇਰਾ ਸਵਾਲ ਇਹ ਹੈ ਕਿ 20 ਤਰੀਕ ਤੋਂ ਬਾਅਦ ਹੁਣ ਅਲੱਗ-ਅਲੱਗ ਤਰੀਕੇ ਨਾਲ ਆਪਾਂ ਪੇਪਰ ਦੀ ਗੱਲ ਕਰ ਲਈਏ, ਮੀਡੀਆ ਦੇ ਵਿੱਚ ਚਰਚਾ ਚੱਲ ਪਈ। ਕੋਈ ਕਹਿੰਦਾ ਵੀ ਜਾ ਕੇ ਉਹ ਸਰਵੇ ਹੋਏ ਨੇ, ਇੰਨੀਆਂ ਸੀਟਾਂ ਆ ਰਹੀਆਂ ਨੇ, ਇੰਨੀਆਂ ਸੀਟਾਂ ਆ ਰਹੀਆਂ ਨੇ। ਪਰ ਸਭ ਤੋਂ ਅਹਿਮ ਸਵਾਲ ਹੈ ਕਿ ਵਾਕਈ ਗੱਠਜੋੜ ਦੀ ਸਰਕਾਰ ਹੈ ਕਿ ਇੱਕੋ ਮੋਦੀ 'ਚ ਪੰਜਾਬ ਲੰਘ ਗਿਆ? ਨਹੀਂ, ਨਾਰਮਲੀ ਇਹੀ ਲੱਗਦਾ ਜਿਹੋ ਜਿਹੇ ਹਾਲਾਤ ਨੇ, ਜਿੰਨਾ ਕਿਉਂਕਿ ਇੱਥੇ ਬਹੁਤ ਕੋਨੀ ਮੁਕਾਬਲਾ ਰਿਹਾ ਇਸ ਵਾਰ। ਕੋਈ ਐਨ ਵੀ ਨਹੀਂ, 2 ਨਹੀਂ, 3 ਨਹੀਂ। ਜਿਵੇਂ 2017 'ਚ ਲੱਗਦਾ ਸੀ 3 ਕੋਨੀ ਹੈ, ਇਤਕੀ ਉਦੋਂ ਵੀ ਜ਼ਿਆਦਾ ਸੀ। ਜੇ ਤੁਸੀਂ ਅੰਦਾਜ਼ਾ ਲਾਓ ਕਿ 2-3 ਤਾਂ ਇਹੀ ਗਰੁੱਪ ਸੀ। ਇੱਕ ਚੌਥੇ ਗਰੁੱਪ ਦੇ ਰੂਪ ਦੇ ਵਿੱਚ ਬੀਜੇਪੀ ਦੀ ਅਗਵਾਈ ਦੇ ਵਿੱਚ ਇੱਕ ਫਰੰਟ ਬਣਿਆ ਜਿਹੜਾ, ਜਿਹਦੇ 'ਚ ਅਮਰਿੰਦਰ ਸਿੰਘ ਔਰ ਢੀਂਡਸਾ ਗਰੁੱਪ ਵੀ ਸੀ, ਇੱਕ ਉਹ ਬਣ ਗਿਆ ਪੈਰਲਲ ਫਰੰਟ। ਇੱਕ ਸੰਯੁਕਤ ਸਮਾਜ ਮੋਰਚਾ ਵੀ ਆ ਗਿਆ ਜਿਹੜਾ ਇਹ ਕਹਿੰਦਾ। ਇੱਕ ਪਾਸੇ ਜਿਹੜੀਆਂ ਦਾ ਪਹਿਲਾਂ ਇਦੋਂ ਪਿਛਲੀ ਇਲੈਕਸ਼ਨ 'ਚ ਤਾਂ ਅਲਾਇੰਸ ਸੀਗਾ ਜਿਹੜੀ ਲੋਕ ਇਨਸਾਫ ਪਾਰਟੀ ਦਾ, ਉਹ ਵੀ ਇੱਕ ਆਪਣੇ ਆਪ ਉਸ ਲੈਵਲ ਦੀਆਂ ਗੱਲਾਂ ਹੋਈਆਂ। ਕਿੰਨੀਆਂ ਚੀਜ਼ਾਂ ਸੀ ਜਿਹੜੀਆਂ ਪਹਿਲਾਂ ਨਾਲੋਂ ਵੱਖਰੀਆਂ ਸੀ। ਇਸ ਲਈ ਇੰਨੇ ਮਲਟੀ ਕਾਰਨਰ ਮੁਕਾਬਲੇ ਦੇ ਵਿੱਚ ਫਿਰ ਕਈ ਹੋਰ ਫੈਕਟਰ ਨੇ। ਪੰਜਾਬ ਵਰਗਾ ਜਿਹੜੀ ਸੰਵੇਦਨਸ਼ੀਲ ਸਟੇਟ ਹੈ ਇਹਦੇ 'ਚ ਆ ਜਾਂਦੇ ਨੇ। ਉਸ ਤੋਂ ਬਾਅਦ ਆ 2 ਨਵੇਂ ਫੈਕਟਰ ਆਏ ਜਿਹੜੇ ਖਾਸ ਤੌਰ 'ਤੇ ਡੇਰਾ ਮੁਖੀ ਦੀ ਪੈਰੋਲ ਜਦ ਤੋਂ ਬਾਅਦ ਹੋਈ ਹੈ। ਉਸ ਤੋਂ ਬਾਅਦ ਜੋ ਕਿਹਾ ਜਾ ਰਿਹਾ ਕਿ ਜੋ ਉਹਨੇ ਸੰਕੇਤ ਦਿੱਤੇ ਨੇ ਤੁਸੀਂ ਵੋਟ ਕਿੱਧਰ ਪਾਉਣੀ ਹੈ ਉਹਦਾ। ਅਤੇ ਅਗਲੀ ਗੱਲ ਇਹ ਹੈ ਕਿ ਜਦੋਂ ਚੋਣਾਂ ਦਾ ਪਹਿਲਾਂ ਪ੍ਰਚਾਰ ਸੀਗਾ, ਚੋਣਾਂ ਤੋਂ 10-15 ਦਿਨ ਪਹਿਲਾਂ ਤੱਕ ਸਿਮਰਜੀਤ ਮਾਨ ਦੀ ਕਿਤੇ ਗੱਲ ਵੀ ਨਹੀਂ ਸੀ ਹੋ ਰਹੀ। ਸਿਮਰਜੀਤ ਮਾਨ ਫੈਕਟਰ ਆਇਆ, ਦੀਪ ਸਿੱਧੂ ਅਤੇ ਉਹਦੇ ਦੋਸਤ ਪਹਿਲਾਂ ਅਮਰਗੜ੍ਹ ਜਾਣਾ ਸ਼ੁਰੂ ਹੋਏ। ਇਨ ਦੀ ਮੀਨ ਟਾਈਮ ਉਹ 2-4 ਵਾਰ ਜਾ ਕੇ ਆਏ ਅਤੇ ਦੀਪ ਸਿੱਧੂ ਦੀ ਜਿਹੜਾ ਮੌਤ ਹੋ ਜਾਂਦੀ ਹੈ। ਉਦੋਂ ਬਾਅਦ ਜੋ ਇੱਕ ਸੱਦਾ ਦਿੱਤਾ ਭਾਵਕ ਉੱਥੋਂ, ਉਹ ਭਾਵਕ ਸੱਦਾ ਇਹ ਦਿੱਤਾ ਵੀ ਲਾਸਟ ਇੱਛਾ ਸੀਗੀ ਜੀ ਇੱਕ ਤਾਂ ਪੂਰੀ ਕਰੀਏ ਆਪਾਂ, ਮਾਨ ਨੂੰ ਤਾਂ ਜਿਤਾਈਏ ਜੇ ਉਹਦੇ ਨਾਲ ਜੋ ਫਰਕ ਪਿਆ। ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਜਿਹੜਾ ਅਜੇ ਵੀ ਇਹ ਨਹੀਂ ਲੱਗ ਰਿਹਾ ਕਿ ਕੋਈ ਕਲੀਅਰ ਕੱਟ ਮਤਲਬ ਕਿਸੇ ਨੂੰ ਮੈਜੋਰਿਟੀ ਆ ਰਹੀ ਹੈ। ਔਰ ਪਹਿਲਾਂ ਤੋਂ ਵੀ ਖੈਰ ਲੋਕ ਇਹ ਅੰਦਾਜ਼ੇ ਲਾ ਰਹੇ ਸੀ ਅਤੇ ਅਜੇ ਵੀ ਅੰਦਾਜ਼ੇ ਇਹੀ ਲੱਗ ਰਹੇ ਨੇ ਕਿ ਹੰਗ ਆਉਣ ਦੀ ਸੰਭਾਵਨਾ ਜ਼ਿਆਦਾ ਹੈ ਕਲੀਅਰ ਕੱਟ ਮੈਜੋਰਿਟੀ ਦੀ ਬਜਾਏ। ਹੁਣ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ। ਭਗਵੰਤ ਮਾਨ ਦਾ ਚਿਹਰਾ ਐਲਾਨਿਆ ਜਾਂਦਾ, ਕੋਈ ਕਹਿੰਦੇ ਕਿ ਬਹੁਤ ਦੇਰੀ ਹੋਊਗੀ, ਕੋਈ ਕਹਿ ਰਿਹਾ ਸੀ ਕਿ ਇੰਨਾ ਸਮਾਂ ਕਿਉਂ ਲਿਆ, ਦਿੱਲੀ ਵਿੱਚ ਕੇਜਰੀਵਾਲ ਨੇ ਇੰਨਾ ਸਮਾਂ ਕਿਉਂ ਲਿਆ। ਇਫੈਕਟ ਹੋਊਗਾ ਇਸ ਚੀਜ਼ ਦਾ ਵੀ ਕਿ ਕਾਫੀ ਘੱਟ ਸਮੇਂ ਦੇ ਵਿੱਚ ਇਹ ਅਨਾਊਂਸਮੈਂਟ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ? ਮੇਰਾ ਖਿਆਲ ਹੈ ਜਿੰਨਾ ਲੇਟ ਕੀਤਾ ਗਿਆ ਅਤੇ ਉਨਾ ਕੁ ਘੱਟ ਅਸਰ ਹੋਏਗਾ। ਅਸਰ ਤਾਂ ਹੋਏਗਾ ਹੀ, ਉਹਦਾ ਕਾਰਨ ਹੈ ਹਾਲਾਂਕਿ ਜਮਹੂਰੀਅਤ ਦੇ ਵਿੱਚ ਸਾਰੀਆਂ ਪਾਰਟੀਆਂ ਜਿਹੜੇ ਚਿਹਰੇ ਐਲਾਨਦੀਆਂ ਨੇ ਨਾ, ਇਹ ਅਨਡੈਮੋਕ੍ਰੇਟਿਕ ਹੈ, ਗੈਰ ਜਮਹੂਰੀ ਹੈ। ਪਹਿਲਾਂ MLA ਚੁਣੇ ਜਾਂਦੇ ਨੇ, MLAਆਂ ਦਾ ਹੱਕ ਹੁੰਦਾ ਕਿ ਉਹ ਚੀਫ ਮਿਨਿਸਟਰ ਚੁਣ ਲੈਣ ਜਿਹਨੂੰ ਮਰਜ਼ੀ। ਤੁਸੀਂ ਪਹਿਲਾਂ ਹੀ ਪਾਰਟੀ ਪ੍ਰਧਾਨ ਜਿਹੜੇ ਹੁੰਦੇ ਨੇ ਉਹ ਨੋਮੀਨੇਟ ਕਰਕੇ ਚੀਫ ਮਿਨਿਸਟਰ ਪਹਿਲਾਂ ਹੀ ਦੇ ਦਿੰਦੇ ਨੇ, ਤਾਂ ਇੱਕ ਉਹ ਪ੍ਰੋਸੈਸ ਜਿਹੜਾ ਉਹਦੇ 'ਚ ਵਿਘਨ ਪੈਂਦਾ ਅਤੇ ਤੁਸੀਂ ਉਹਨਾਂ ਦਾ ਅਧਿਕਾਰ ਖੋਹ ਲੈਂਦੇ ਹੋ, ਜਮਹੂਰੀਅਤ ਨੂੰ ਕਮਜ਼ੋਰ ਕਰਦੇ ਹੋ। ਪਰ ਫਿਰ ਵੀ ਸਾਡੇ ਇੱਕ ਰਿਵਾਜ਼ ਚਲਾਤਾ ਹੈ ਕਿ ਚਿਹਰਾ ਜ਼ਰੂਰ ਹੋਵੇ ਜੀ, ਬਾਕੀ ਉਹਦੀ ਅਗਵਾਈ 'ਚ ਲੜਿਆ ਜਾਣਾ ਚਾਹੀਦਾ। ਹੁਣ ਪਹਿਲਾਂ ਤਾਂ ਤੁਸੀਂ ਦੇਖੋ ਕਿ ਅੱਧੀ ਕੰਪੇਨ ਤਾਂ ਇਹ ਚੱਲ ਗਈ, ਅੱਧੀ ਤੋਂ ਵੱਧ ਕੰਪੇਨ ਇਹ ਚੱਲ ਗਈ ਆਮ ਆਦਮੀ ਪਾਰਟੀ ਦੀ ਕਿ ਪੰਜਾਬ ਜਿਹੜਾ ਉਹ ਕੇਜਰੀਵਾਲ ਦੇ ਨਾਲ ਹੈ, ਇੱਕ ਮੌਕਾ ਕੇਜਰੀਵਾਲ ਨੂੰ ਦਿਓ ਜਾਂ ਬਾਕੀ ਦੀਆਂ ਜਿੰਨੀਆਂ ਚੀਜ਼ਾਂ ਨੇ। ਇਹ ਪ੍ਰੈਸ਼ਰ ਹੀ ਆਇਆ ਬਾਰ-ਬਾਰ ਹੋ ਕੇ ਕਿ ਕੇਜਰੀਵਾਲ ਨੂੰ ਕਿਉਂ ਦਿਓ, ਕੇਜਰੀਵਾਲ ਨੇ ਚੀਫ ਮਿਨਿਸਟਰ ਬਣਨਾ। ਪਹਿਲਾਂ ਕੇਜਰੀਵਾਲ ਕੀ ਗਰੰਟੀ, ਪਹਿਲਾਂ 6-7 ਗਰੰਟੀਆਂ ਆਈਆਂ ਉਦੋਂ ਤੱਕ। ਉਦੋਂ ਬਾਅਦ ਇਹ ਕੇਜਰੀਵਾਲ ਦੀ ਗਰੰਟੀ ਅਤੇ ਕੇਜਰੀਵਾਲ ਨੂੰ ਮੌਕਾ ਦਿਓ, ਮੱਧਮ ਪਿਆ ਭਗਵੰਤ ਦੇ ਆਉਣ ਤੋਂ ਬਾਅਦ। ਫਿਰ ਆ ਇੱਕ ਮੌਕਾ ਭਗਵੰਤ ਮਾਨ ਨੂੰ, ਜਦ ਭਗਵੰਤ ਮਾਨ ਨੂੰ ਮੌਕਾ ਦਿੱਤਾ, ਜਦ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਬਣਾਇਆ, ਉਦੋਂ ਬਾਅਦ ਹੀ ਭਗਵੰਤ ਮਾਨ ਵੱਡੇ ਪੱਧਰ ਦੇ ਉੱਤੇ ਪੰਜਾਬ 'ਚ ਜਾਣ ਲੱਗੇ। ਇਹ ਤੋਂ ਪਹਿਲਾਂ ਉਸ ਰਫਤਾਰ ਨਾਲ ਨਹੀਂ ਸੀ ਗਿਆ, ਫਿਰ ਉਹਨੂੰ ਲੱਗਿਆ ਕਿ ਮੈਂ ਜਾ ਰਿਹਾ, ਜਿਵੇਂ ਭਗਵੰਤ ਦੀ ਕੰਪੇਨ ਹੁੰਦੀ ਹੈ। ਉਹਦੇ ਨਾਲ ਇੱਕ ਲੈਵਲ ਦਾ ਅਸਰ ਪਿਆ। ਔਰ ਜਦੋਂ ਉਹਨੂੰ ਅਨਾਊਂਸ ਕੀਤਾ ਤਾਂ ਕੁਛ ਏਰੀਆ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਇਮੀਡੀਏਟ ਲੋਕਾਂ 'ਚ ਉਤਸ਼ਾਹ ਵੀ ਮਿਲਿਆ। ਜਦੋਂ ਕੰਪੇਨ ਕਰਨ ਗਿਆ ਸਾਰੇ ਕਿਸੇ ਵੀ ਹਲਕੇ ਦੇ ਵਿੱਚ ਗਿਆ ਤਾਂ ਲੋਕਾਂ ਦੀ ਆਮਦ ਜਿਹੜੀ ਹੈ, ਕਿਉਂਕਿ ਉਹ ਪਾਪੂਲਰ ਬੰਦਾ ਸੀ, ਉਨੀ ਤਾਂ ਦਿਖਾਈ ਦਿੱਤੀ ਹੈ। ਉਹ ਵੋਟ 'ਚ ਕਨਵਰਟ ਕਿੰਨੀ ਹੋਏਗੀ
ਇਹ ਉਦੋਂ ਬਾਅਦ ਦਾ ਸਵਾਲ ਹੈ। ਹਜੇ ਇਹ ਨਹੀਂ ਕਿਹਾ ਜਾ ਸਕਦਾ ਕਿ ਵੋਟ 'ਚ ਵੀ ਵੱਡੇ ਪੱਧਰ ਤੇ ਕਨਵਰਟ ਹੋਏਗੀ, ਪਰ ਵੋਟ 'ਚ ਕੁਝ ਹੱਦ ਤੱਕ ਕਨਵਰਟ ਜ਼ਰੂਰ ਉਹਦੇ ਚੀਫ ਮਿਨਿਸਟਰ ਦਾ ਚਿਹਰਾ ਬਣਨ ਨਾਲ ਫਰਕ ਆਮ ਆਦਮੀ ਨੂੰ ਪਿਆ। ਆਮ ਆਦਮੀ ਪਾਰਟੀ, ਹੁਣ ਤੁਸੀਂ ਮਾਲਵੇ ਦੀ ਗੱਲ ਕੀਤੀ, ਮਾਝੇ ਦੀ ਗੱਲ ਕਰ ਲਈਏ, ਦੁਆਬੇ ਦੀ ਗੱਲ ਕਰ ਲਈਏ, ਲੱਗਦਾ ਵੀ ਇੱਥੇ ਆਮ ਆਦਮੀ ਪਾਰਟੀ ਦੇ ਜਿਸ ਤਰੀਕੇ ਨਾਲ ਉਹ ਇੱਕ ਵੇਵ ਚੱਲੀ ਸੀ ਉਹ ਨਹੀਂ ਹੈਗੀ। ਇੱਥੇ ਕੀ ਫੈਕਟਰ ਮੰਨਦੇ ਹੋ ਕਿ ਆਮ ਆਦਮੀ ਪਾਰਟੀ ਨਾਲ ਵਾਕਈ ਇਸ ਇਲਾਕੇ ਦੇ ਲੋਕ ਜੁੜੇ ਹੋਏ ਨੇ? ਨਹੀਂ, ਬੇਬ ਇਸ ਵਾਰ ਮੈਨੂੰ ਲੱਗਦਾ ਬੇਬ ਦੀ ਗੱਲ ਨਹੀਂ, ਬੇਬ ਦੋ ਕਾਰਨਾਂ ਕਰਕੇ ਹੈ। 17 'ਚ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਸੀ ਉਹ ਸੀਗੀ ਇੱਕ ਅਲੱਗ, ਉਦੋਂ ਲੋਕਾਂ ਦੇ ਦਿਮਾਗਾਂ 'ਚ ਇਹ ਵੀ ਸੀ ਵੀ ਇੱਕ ਬਦਲਾਅ ਵਾਲੀ ਪਾਰਟੀ ਹੈ ਤੇ ਇਹ ਸ਼ਾਇਦ ਚੇਂਜ ਕਰ ਦੇਗੀ ਸਾਰਾ ਕੁਛ, ਤੇ ਐਤਕੀ ਇਹ ਨਹੀਂ ਸੀਗਾ ਚੇਂਜ ਕਰ ਦੇਗੀ। ਹਾਂ, ਐਤਕੀ ਇਹ ਜ਼ਰੂਰ ਸੀ ਇੱਕ ਲੈਵਲ ਦਾ ਅੰਡਰ ਕਰੰਟ ਕਿ ਪੁਰਾਣੇ ਤਾਂ ਯਾਰ ਦੇਖ ਲਏ, ਐਤਕੀ ਨਵੇਂ ਨੂੰ ਇਹ ਦੇਖ ਲਓ। ਇੱਕ ਹੁੰਦਾ ਨੈਗੇਟਿਵ ਵੋਟ। ਨੈਗੇਟਿਵ ਵੋਟ ਇਹ ਹੈ ਵੀ ਤੁਸੀਂ ਦੂਜਿਆਂ ਨੂੰ ਹਰਾਉਣ ਦੇ ਲਈ ਵੋਟ ਦਿੰਦੇ ਹੋ। ਇੱਕ ਪੋਜ਼ਿਟਿਵ ਵੋਟ ਹੁੰਦੀ ਹੈ ਕਿ ਤੁਸੀਂ ਦੂਜਿਆਂ ਦੇ ਪੱਖ 'ਚ ਇਸ ਲੈਵਲ ਦੇ ਦਿੰਦੇ ਹੋ। ਜਿਹੜਾ ਰਿਜ਼ਲਟ ਹੈ ਉਹ ਵੀ ਇਹ ਦਿਖਾਈ ਦੇ ਰਿਹਾ ਕਿ ਬੇਬੂ ਵਾਲਾ ਗੱਲ ਤਾਂ ਕਿਸੇ ਦੇ ਪੱਖ 'ਚ ਨਹੀਂ ਸੀ। ਜਿਹੜਾ 5% ਲਗਭਗ ਪਰਸੈਂਟੇਜ ਘਟ ਜਾਣੀ ਵੋਟ ਦੀ ਪਿਛਲੀ 2017 ਦੇ ਨਾਲੋਂ ਵੀ, ਬਹੁਤੀਆਂ ਧਿਰਾਂ ਹੋਣ ਦੇ ਬਾਵਜੂਦ ਘਟ ਜਾਣੀ। ਹਾਲਾਂਕਿ ਜਿੰਨੀਆਂ ਬਹੁਤੀਆਂ ਧਿਰਾਂ ਹੁੰਦੀਆਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਬੰਦੇ ਨੂੰ ਬੂਥ ਤੱਕ ਲਿਆਉਂਦੀਆਂ ਨੇ, ਜ਼ਿਆਦਾ ਤੋਂ ਜ਼ਿਆਦਾ ਪ੍ਰੇਰਿਤ ਕਰਦੀਆਂ ਨੇ, ਇਹਦੇ ਬਾਵਜੂਦ ਵੀ ਉਹ ਘਟ ਜਾਣੀ। ਇਹ ਤੋਂ ਇਹ ਹੈ ਕਿ ਬੇਬਨਾਂ ਦੀ ਚੀਜ਼ ਤਾਂ ਨਹੀਂ ਹੈ, ਕਈ ਫੈਕਟਰ ਰਲ ਕੇ ਕਿਸੇ ਦਾ ਕਿਸੇ ਕਰਕੇ ਪਲੱਸ ਪੁਆਇੰਟ ਜਾਂ ਨਜ਼ਰ ਆਉਂਦਾ, ਕਿਸੇ ਦਾ ਕਿਸੇ ਕਰਕੇ ਪਲੱਸ ਪੁਆਇੰਟ ਨਜ਼ਰ ਆਉਂਦਾ। ਹਾਂ, ਆਪ ਨੂੰ ਜ਼ਿਆਦਾਤਰ ਰੂਟੀਨ ਦੇ ਵਿੱਚ ਹੀ, ਕਿਉਂਕਿ ਮਾਲਵੇ ਦੇ ਵਿੱਚ ਹੀ ਕਈ ਘਟਨਾਵਾਂ ਵਾਪਰੀਆਂ ਪੁਰਾਣੀਆਂ ਜਿਹੜੀਆਂ, ਹਾਲਾਂਕਿ ਐਤਕੀ ਏਜੰਡਾ ਨਹੀਂ ਬਣਾਇਆ ਕਿਸੇ ਨੇ, ਬੇਅਦਬੀ ਦੀ ਘਟਨਾ ਇੱਥੇ ਵਾਪਰੀ ਹੋਈ ਆ ਔਰ ਬਹੁਤ ਵੱਡੇ ਪੱਧਰ ਤੇ ਅਸਰ ਵੀ ਦਿਖਾਈ ਦਿੱਤਾ। ਈਵਨ ਜਿਹੜਾ ਇਹ ਮਾਮਲਾ ਦੇ ਅਸੀਂ ਡੇਰੇ ਦੀ ਘਟਨਾ ਵੀ ਮਾਲਵੇ 'ਤੇ ਹੀ ਅਸਰ ਜ਼ਿਆਦਾ ਕਰਦੀ ਹੈ। ਈਵਨ ਦੀਪ ਸਿੱਧੂ ਵਾਲੇ ਵਰਤਾਂਤ ਨੇ ਵੀ ਮਾਲਵੇ 'ਤੇ ਹੀ ਜ਼ਿਆਦਾ ਅਸਰ ਉਸ ਰੂਪ ਦੇ ਵਿੱਚ ਕੀਤਾ, ਦਿਖਾਈ ਦਿੱਤਾ। ਪਿਛਲੇ ਵਾਰ ਵੀ ਸੀਟਾਂ ਦਾ ਜਿਹੜਾ ਮਾਮਲਾ ਸੀ, ਆਮ ਆਦਮੀ ਪਾਰਟੀ ਨੂੰ ਜਿਹੜੀਆਂ ਆਈਆਂ ਜ਼ਿਆਦਾ ਜਾਂ ਜਿੱਥੇ ਸਟਰੋਂਗ ਰਹੀ ਉਹ ਵੀ ਮਾਲਵੇ 'ਚ ਹੀ ਜ਼ਿਆਦਾ ਸੀ, ਔਰ ਜਿਹੜੇ 4 MP ਜਿੱਤੇ ਸੀਗੇ ਆਮ ਆਦਮੀ ਪਾਰਟੀ ਦੇ 2014 'ਚ ਉਹ ਵੀ ਮਾਲਵੇ 'ਚੋਂ ਜ਼ਿਆਦਾ ਕੰਪੈਰੇਟਿਵਲੀ ਸੀ। ਔਰ ਪਰ ਆਮ ਆਦਮੀ ਪਾਰਟੀ ਕੋਈ ਓਵਰਆਲ ਲੀਡਰਸ਼ਿਪ ਨਹੀਂ ਅਮਰਜ ਕਰ ਪਾਈ ਕਿ ਮਾਝੇ ਦੇ ਸਾਡੇ ਲੀਡਰ ਨੇ ਯਾਰ, ਦੁਆਬੇ ਦੇ ਲੀਡਰ ਨੇ ਆ, ਸਾਡੇ ਮਾਲਵੇ ਦੇ ਇੱਕ ਲੀਡਰੀ ਨੂੰ ਜਾਣਦੇ ਨੇ ਲੋਕ ਭਗਵੰਤ ਮਾਨ ਨੂੰ, ਬਾਕੀ ਨੂੰ ਕਿੰਨਾ ਕੁ ਜਾਣਦੇ ਨੇ? ਮਤਲਬ ਹੁਣ ਸਰ ਅਹਿਮ ਸਵਾਲ ਹੈ ਕਿ ਦੀਪ ਸਿੱਧੂ ਦੀ ਮੌਤ ਹੋ ਜਾਂਦੀ ਹੈ, ਜੋ ਇੱਕ ਤੁਸੀਂ ਸੈਂਟੀਮੈਂਟਲ ਦੀ ਗੱਲ ਕੀਤੀ ਹੈ, ਕਿ ਉਸ ਨਾਲ ਆਮ ਆਦਮੀ ਪਾਰਟੀ ਨੂੰ ਫਰਕ ਪਏਗਾ ਮਾਲਵੇ ਦੇ ਵਿੱਚ? ਲੱਗਦਾ ਪਏਗਾ, ਜਿਹੜੇ ਲੋਕਾਂ ਦੀ ਜੱਜਮੈਂਟ ਹੈ ਹੁਣ ਜਿਵੇਂ ਆਇਆ। ਕਾਰਨ ਇਹ ਹੁੰਦਾ ਕਿਉਂਕਿ ਜਿਹੜੀ ਵੋਟ ਇਹਨਾਂ ਪਾਰਟੀਆਂ ਦੇ ਖਿਲਾਫ ਹੈ, ਫਲੋਟਿੰਗ ਵੋਟ, ਦੇਖੋ ਬਾਕੀ ਪਾਰਟੀਆਂ 'ਚ ਫਰਕ ਕੀ ਪੈਂਦਾ, ਜਿਹੜੀਆਂ ਮੇਨ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਦਾ ਕੋਰ ਵੋਟ ਹੈ, ਇੱਕ ਪੱਕੀ ਵੋਟ ਦਾ ਇੱਕ ਹਿੱਸਾ ਹੈ, ਘੱਟੋ ਘੱਟੋ ਕਦੇ ਮਾੜਾ ਮੋਟਾ ਵੱਧਦਾ ਘਟਦਾ। ਜਿਵੇਂ ਅਕਾਲੀ ਦਲ ਦਾ ਆਪਣਾ ਇੱਕ ਕੋਰ ਵੋਟ ਹੈ, ਅਗਲਾ ਕਹਿੰਦਾ ਜੀ 15-20 ਹਜ਼ਾਰ ਵੋਟ ਕਿਸੇ ਹਲਕੇ 'ਚ ਪਾਈ ਜਾਂਦੀ ਹੈ ਜਾਂ ਕਿਸੇ ਨੂੰ 25 ਪੈਂਦੀ ਹੈ, ਉਹ ਚਾਹੇ ਹਾਰ ਜਾਣ ਚਾਹੇ ਜਿੱਤ ਜਾਣ। ਪਿਛਲੀਆਂ ਵੋਟਾਂ ਦੇ ਵਿੱਚ ਵੀ ਜਿਹੜੀ 30% ਦੇ ਕਰੀਬ ਵੋਟ ਪਰਸੈਂਟੇਜ ਅਕਾਲੀ ਦਲ ਨੂੰ ਆਈ, ਉਹ ਪਰਮਾਨੈਂਟ ਵੋਟ ਬੈਂਕ, ਹਾਲਾਂਕਿ ਸੀਟਾਂ ਮਤਲਬ 20 ਤੋਂ ਵੀ ਘਟ ਗਈਆਂ, 15 ਦੇ ਨੇੜੇ ਤੇੜੇ ਆ ਗਈਆਂ ਤੁਹਾਡੀਆਂ। ਪਰ ਇਸ ਤਰ੍ਹਾਂ ਕਾਂਗਰਸ ਦਾ ਵੀ ਇੱਕ ਵੋਟ ਬੈਂਕ ਹੈ ਪੱਕਾ ਪੁਰਾਣਾ, ਬੀਜੇਪੀ ਦਾ ਸ਼ਹਿਰੀ ਖੇਤਰ 'ਚ ਆਪਦਾ ਇੱਕ ਵੋਟ ਬੈਂਕ ਹੈ। ਆਪ ਦਾ ਕੋਈ ਪਰਮਾਨੈਂਟ ਵੋਟ ਬੈਂਕ ਨਹੀਂ ਹਜੇ ਤੱਕ, ਕਿਉਂਕਿ ਉਹਨੇ ਕੋਈ ਕੇਡਰ ਨਹੀਂ ਚੁਣਿਆ। ਜਿਵੇਂ ਅਕਾਲੀ ਦਲ ਦਾ ਮੰਨਿਆ ਜਾਂਦਾ ਸੀ ਪੰਥਕ ਔਰ ਕਿਸਾਨੀ ਉਹਦਾ ਮੇਨ ਕੋਰ ਵੋਟ ਹੈ, ਕਾਂਗਰਸ ਦਾ ਮੰਨਿਆ ਜਾਂਦਾ ਸੀ ਹਿੰਦੂ ਦਲਿਤ ਦਾ ਕੰਬੀਨੇਸ਼ਨ ਉਹਦਾ ਕੋਰ ਵੋਟ ਹੈ। ਬੀਜੇਪੀ ਹੁਣ ਹਿੰਦੂਤਵ ਦੇ ਏਜੰਡੇ ਦੀ ਸ਼ਹਿਰੀ ਕੋਰ ਵੋਟ 'ਤੇ ਆਈ। ਆਪ ਦਾ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ, ਕੋਈ ਕੋਰ ਵੋਟ ਨਹੀਂ ਹੈ, ਉਹ ਤਾਂ ਕਹਿੰਦੇ ਸੀ ਆਪਾਂ ਸਭੀ ਹਮਾਰੇ ਹੈ। ਔਰ ਉਹ ਜਿਹੜਾ ਇੱਕ ਤਰੀਕਾ ਸੀਗਾ ਉਹਦੇ ਕਰਕੇ ਜਿਹੜੀ ਫਲੋਟਿੰਗ ਵੋਟ ਪੈਣੀ ਸੀ ਉਹਦੇ ਨਾਂ 'ਤੇ ਹੀ ਆਪ ਦਾ ਇਹ ਨਜ਼ਰ ਆਉਂਦਾ ਸੀ ਕਿ ਆਪ ਅੱਪ ਜਾ ਰਹੀ ਹੈ ਕਾਫੀ। ਹੁਣ ਜਦੋਂ ਇਹ ਫੈਕਟਰ 2 ਹੋ ਗਏ, ਇੱਕ ਡੇਰਾ ਤੇ ਇੱਕ ਦੀਪ ਸਿੱਧੂ ਦਾ ਫੈਨੋਮਨਾ, ਔਰ ਜਿਹੜੀਆਂ ਜਿੱਧਰ ਵੋਟਾਂ ਪੋਲ ਹੋਈਆਂ ਨੇ ਉਸ ਵਰਤਾਰੇ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦਾ ਨਾਮ ਚਮਕਿਆ ਕਾਫੀ। ਅਮਰਗੜ੍ਹ ਦੇ ਤਾਂ ਲੋਕ ਇਹੀ ਕਹਿ ਹੀ ਰਹੇ ਨੇ ਕਿ ਮਾਨ ਜਿੱਤ ਵੀ ਸਕਦਾ, ਕੰਪੀਟੀਸ਼ਨ 'ਚ ਆ ਗਿਆ। ਉਹਦੇ ਨੇੜੇ ਤੇੜੇ ਦੀਆਂ ਕਿੰਨੀਆਂ ਸੀਟਾਂ ਨੇ, ਚਾਹੇ ਉਹ ਭਦੌੜ ਹੈ, ਚਾਹੇ ਉਹ ਮਹਿਲ ਕਲਾਂ, ਚਾਹੇ ਡਿਫਰੈਂਟ ਸਾਈਜ਼ ਦਾ 90 ਤੋਂ ਵੱਧ ਕੈਂਡੀਡੇਟ ਖੜੇ ਕੀਤੇ ਹੋਏ ਨੇ ਉਹਨੇ। ਵੱਖ-ਵੱਖ ਜਗ੍ਹਾ ਵੀ ਦੇਖਣ ਨੂੰ ਮਿਲਿਆ, ਲੋਕ ਉਹ ਫੋਟੋਆਂ ਲਾ ਕੇ ਪੋਲਿੰਗ ਲਾ ਕੇ ਬੈਠੇ ਹੋਏ ਲੋਕਾਂ ਨੇ ਦੇਖੇ ਨੇ। ਇਹਦਾ ਮਤਲਬ ਉਹ ਵੋਟ ਪਰਸੈਂਟੇਜ ਉੱਧਰ ਜਾਏਗੀ, ਔਰ ਜਿਹੜੀ ਉਹ ਜਾਏਗੀ ਉਹ ਐਂਟੀ ਸਟੈਬਲਿਸ਼ਮੈਂਟ ਟਾਈਪ ਦੀ ਉਹ ਵੋਟ ਹੈ, ਉਹ ਆਪ ਨੂੰ ਭੁਗਤਣ ਦੇ ਚਾਂਸ ਜ਼ਿਆਦਾ ਸੀ। ਹੋਰਾਂ ਦੇ ਵੀ ਥੋੜ੍ਹਾ ਬਹੁਤ ਫਰਕ ਪਊਗਾ, ਪਰ ਆਪ ਨੂੰ ਉਹਦਾ ਨੁਕਸਾਨ ਜ਼ਿਆਦਾ ਨਜ਼ਰ ਆਏਗਾ ਜੇਕਰ ਦੇਖਣ ਦੇ ਵਿੱਚ ਆ ਰਿਹਾ। ਅੱਛਾ, ਹੁਣ ਗੱਲ ਕਰੀਏ ਆਪਾਂ ਬੀਜੇਪੀ ਨੂੰ ਲੈ ਕੇ, ਕਿ ਡੇਰਾ ਫੈਕਟਰ ਹੋਊਗਾ ਇੱਥੇ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ? ਹਾਂ, ਬਿਲਕੁਲ ਡੇਰਾ ਫੈਕਟਰ ਹੈ। ਹਾਲਾਂਕਿ ਡੇਰੇ ਦੀ ਮੇਰੇ ਖਿਆਲ ਸਿਚੁਏਸ਼ਨ ਇਹ ਕਦੇ ਨਹੀਂ ਰਹੀ ਕਿ ਡੇਰਾ ਜਿਤਾਉਣ ਦੀ ਹੈਸੀਅਤ 'ਚ ਹੁੰਦਾ, ਡੇਰਾ ਹਰਾਉਣ ਦੀ ਹੈਸੀਅਤ 'ਚ ਕਈਆਂ ਨੂੰ ਜ਼ਰੂਰ ਆ ਜਾਂਦਾ ਜੇਕਰ ਉਹ ਜਿੰਨੀਆਂ ਕੁ ਵੋਟਾਂ ਪੈਣਗੀਆਂ। ਔਰ ਨਾਰਮਲੀ ਇਹ ਕੋਈ ਐਵੇਂ ਨਹੀਂ ਹੈ, ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਜਿਹੜੀ ਪੈਰੋਲ ਮਿਲੀ ਹੈ ਉਹਦੀ ਟਾਈਮਿੰਗ ਜਿਹੜੀ ਹੈ ਇਹ ਦੱਸ ਰਹੀ ਹੈ ਕਿ ਹੈ। ਫਿਰ ਉਹ ਚਰਚਾ ਚੱਲੀ ਸੋਸ਼ਲ ਮੀਡੀਆ ਦੇ ਉੱਤੇ ਕਿ ਡੇਰੇ ਨੇ ਇੱਕ ਮੈਸੇਜ ਦਿੱਤਾ ਜੀ। ਮੈਸੇਜ ਕੀ ਦਿੱਤਾ? ਕਮਲ ਤੇ ਤਰਾਜੂ। ਕਮਲ ਤੇ ਤਰਾਜੂ ਨੂੰ ਡੇਰੇ ਨੇ ਤਾਂ ਡਿਨਾਈ ਨਹੀਂ ਕੀਤਾ, ਜਾਂ ਤਾਂ ਉਹ ਡਿਨਾਈ ਕਰੇ ਕਿ ਸਾਡੇ ਵੱਲੋਂ ਕੁਝ ਇਹੋ ਜਿਹਾ ਨਹੀਂ ਹੈ ਜਾਂ ਬਾਕੀ ਦੇ, ਇਹਦਾ ਮਤਲਬ ਉਹ ਚੱਲ ਰਹੀ ਪ੍ਰਕਿਰਿਆ।
ਤੇ ਲੋਕਾਂ ਨੇ ਡੇਰੇ ਦੇ ਲੋਕ ਵੋਟ ਪਾਉਂਦੇ ਦੇਖੇ ਵੀ ਨੇ, ਡੇਰੇ ਦੇ ਜਿਹੜੇ ਫਾਲੋਅਰ ਨੇ ਉਹ ਬੂਥਾਂ ਤੇ ਵੀ ਬੈਠੇ ਦੇਖੇ ਨੇ ਕਈ ਮਾਮਲਿਆਂ ਦੇ ਵਿੱਚ। ਔਰ ਉਹ ਮਾਲਵੇ ਦੇ ਉਹਦਾ ਵੀ ਅਸਰ ਮਾਲਵੇ ਦੇ ਕੁਝ ਜ਼ਿਲ੍ਹਿਆਂ 'ਚ ਜ਼ਿਆਦਾ ਹੈ, ਕੁਝ 'ਚ ਘੱਟ ਹੈ, ਇੱਕ ਅਸਰ ਹੈਗਾ ਤੇ ਉਹ ਅਸਰ ਵੀ ਤਵਾਜ਼ਨ 'ਚ ਕੁਝ ਸੀਟਾਂ ਤੇ ਫਰਕ ਪਾਉਂਦਾ ਤੇ ਉਹ ਇਸੇ ਲਈ ਇਹ ਹੈ ਕਿ ਲੋਕਾਂ ਨੂੰ ਕਲੀਅਰ ਕੱਟ ਜਿਹੜੀਆਂ ਸੀਟਾਂ ਕਈ ਲੱਗਦੀਆਂ ਸੀ ਕਿ ਆਹ ਤਾਂ ਹੁਣ ਆਹ ਜਿੱਤਿਆ ਪਿਆ ਇਹ 10 ਤਰੀਕ ਨੂੰ ਸ਼ਾਇਦ ਅਚੰਭਾ ਵੀ ਹੋਵੇ ਉਹਦੇ 'ਚ ਕਈ ਤਬਦੀਲੀਆਂ ਹੋਣ ਦਾ ਕੋਈ ਨਜ਼ਰ ਵੀ ਆਵੇ ਉਸ ਲੈਵਲ ਤੇ। ਅੱਛਾ, ਹੁਣ ਸਰ ਅਹਿਮ ਗੱਲ ਜਿਹੜੀ ਹੁੰਦੀ ਹੈ ਕਿ ਚਲੋ ਇਹ ਤਾਂ 20 ਤਰੀਕ 10 ਤਰੀਕ ਨੂੰ ਪਤਾ ਲੱਗਣਾ, 20 ਨੂੰ ਵੋਟਾਂ ਪਈਆਂ ਨੇ ਵੀ ਕਿਹਦੀ ਸਰਕਾਰ ਬਣੂਗੀ। ਹੁਣ ਗੱਠਜੋੜ ਉੱਤੇ ਲੋਕਾਂ ਦੀ ਚਰਚਾ ਜਾਂ ਸੋਸ਼ਲ ਮੀਡੀਆ ਤੇ ਜਾਂ ਆਪਸ ਵਿੱਚ ਜੋ ਇਸ ਸਮੇਂ ਬੇਹੱਦ ਜ਼ਰੂਰੀ ਚਰਚਾ ਚੱਲਦੀ ਵੀ ਜੇ ਸਰਕਾਰ ਨਾ ਬਣੀ, ਇੱਕ ਸੱਤਾ ਜਾਂ ਇੱਕ ਸਿਆਸੀ ਪਾਰਟੀ ਸਰਕਾਰ ਨਾ ਬਣਾ ਪਾਈ, ਗੱਠਜੋੜ ਕਿਹਦੇ ਨਾਲ ਹੋਊਗਾ? ਕਿਉਂਕਿ ਲੋਕਾਂ ਦੀ ਨਜ਼ਰਾਂ ਇਸ ਉੱਪਰ ਵੀ ਹੈ ਕਿ ਬੀਜੇਪੀ ਅਕਾਲੀ ਦਲ ਦਾ ਗੱਠਜੋੜ ਹੋ ਜਾਊਗਾ, ਕਿਉਂਕਿ ਆਮ ਆਦਮੀ ਪਾਰਟੀ ਜਾਂ ਕਾਂਗਰਸ ਦਾ ਗੱਠਜੋੜ ਹੋ ਜਾਊਗਾ ਜੋ ਦਿੱਲੀ ਵਿੱਚ ਹੋਇਆ ਸੀ। ਗੱਠਜੋੜ ਉੱਪਰ ਵੀ ਲੋਕ ਹਲੇ ਵਿਚਾਰ ਕਰਦੇ ਨੇ। ਨਹੀਂ, ਲੋਕ ਵੀ ਪਾਰਟੀਆਂ ਵੀ ਉਦੋਂ ਹੀ ਕਰਨਗੀਆਂ ਵਿਚਾਰ ਮੇਰੇ ਖਿਆਲ ਨਾਲ, ਹਜੇ ਨਤੀਜੇ ਸਾਹਮਣੇ। ਹਜੇ ਤਾਂ ਮੈਨੂੰ ਲੱਗਦਾ ਬਹੁਤ ਕਈ ਜਣੇ ਚੀਫ ਮਿਨਿਸਟਰ ਬਣ ਕੇ ਸੌਂਦੇ ਹੋਣਗੇ ਤੇ ਕਈ ਮੰਤਰੀ ਬਣਨ ਲਈ ਤਿਆਰ ਨੇ ਤੇ ਉਹ ਲਿਸਟਾਂ ਇੱਕ ਦੂਜੇ 'ਤੇ ਜਾ ਰਹੀਆਂ ਹੋਣਗੀਆਂ। ਅੰਦਾਜ਼ੇ ਨੇ ਨਾ ਆਪੋ ਆਪਣੇ ਬਣੂਗੀ ਕਿਹਦੀ, ਅਸਲ 'ਚ ਉਦੋਂ ਬਾਅਦ ਪਤਾ ਲੱਗੇਗਾ। ਇਹ ਤਾਂ ਸੁਭਾਵਿਕ ਜੀ ਗੱਲ ਹੋ ਰਹੀ ਹੈ ਕਿ ਜੇਕਰ ਅਕਾਲੀ ਔਰ ਬੀਜੇਪੀ ਦਾ ਗਰੁੱਪ ਇੰਨੀਆਂ ਕੁ ਸੀਟਾਂ ਲੈ ਜਾਂਦਾ ਨੇੜੇ ਤੇੜੇ ਕਿ ਉਹ ਰਿੜ ਕੇ ਸਰਕਾਰ ਬਣਾ, ਤਾਂ ਇਹ ਸਰਕਾਰ ਮੇਰੇ ਖਿਆਲ ਇੱਕ ਨੈਚੁਰਲ ਜਾ, ਕਿਉਂਕਿ ਪੁਰਾਣਾ ਇੱਕ ਮਾਹੌਲ ਹੈ, ਬਾਰ-ਬਾਰ ਟੁੱਟਦੇ ਨੇ ਅਲਾਇੰਸ ਤੇ ਬਣਦੇ ਨੇ, ਇਹ ਕੋਈ ਬਹੁਤ ਬੜਾ ਔਖਾ ਕੰਮ ਨਹੀਂ ਹੈ, ਇਹ ਤਾਂ ਹੋ ਹੀ ਜਾਣਾ ਇਹਨਾਂ ਦਾ ਜੇਕਰ ਇਸ ਤਰੀਕੇ ਦਾ ਹੋਏਗਾ। ਹਾਂ, ਜੇ ਉਹ ਨਹੀਂ ਆਉਂਦੇ ਦੂਜੀਆਂ ਪਾਰਟੀਆਂ ਦਾ ਜਿਹੜਾ ਵੱਖ-ਵੱਖ ਹੈ ਤਾਂ ਉਹਨਾਂ ਨਾਲ ਵੀ, ਕਿਉਂਕਿ ਦੇਖੋ ਜੇਕਰ ਵਿਚਾਰਧਾਰਕ ਐਂਗਲ ਲੈਂਦੇ ਆ, ਵਿਚਾਰਧਾਰਕ ਐਂਗਲ ਤਾਂ ਬਹੁਤ ਵੱਡਾ ਫਰਕ ਕਿਸੇ ਵੀ ਪਾਰਟੀ 'ਚ ਨਹੀਂ ਹੈ। ਜੇ ਤੁਸੀਂ ਸਾਰੀਆਂ ਪਾਰਟੀਆਂ ਦੇ ਜਿਹੜੇ ਬੰਦੇ ਕੈਂਡੀਡੇਟ ਚੁਣ ਕੇ ਆਉਣਗੇ ਉਹਨਾਂ 'ਚੋਂ ਕਈ ਇਹੋ ਜਿਹੇ ਹੋਣਗੇ ਜਿਹੜੇ ਪਹਿਲਾਂ ਦੂਜੀ ਪਾਰਟੀ ਸੀ ਤੇ ਹੁਣ ਇਸ ਪਾਰਟੀ 'ਚ ਆਏ ਨੇ, ਫਿਰ ਤੀਜੀ ਪਾਰਟੀ ਚਲੇ ਗਏ ਨੇ। ਇਸ ਲਈ ਮੈਨੂੰ ਲੱਗਦਾ ਪਾਰਟੀਆਂ ਨੂੰ ਅਲਾਇੰਸ ਕਰਨ 'ਚ ਕੋਈ ਪ੍ਰੋਬਲਮ ਨਹੀਂ। ਸਾਡੇ ਦੇਸ਼ ਦਾ ਕਰੈਕਟਰ ਦੇਖੋ ਤੁਸੀਂ ਨਾ, ਵਿਚਾਰਧਾਰਾ ਦਾ ਨਹੀਂ। ਸਭ ਤੋਂ ਸਾਡੇ ਅੜੀ ਸੀ ਜਿਹੜੀ ਚੋਣ, ਉਹ ਅੜੀ ਸੀ ਜੰਮੂ ਕਸ਼ਮੀਰ ਦੀ। ਅੜੀ ਇਸ ਢੰਗ ਨਾਲ ਸੀ ਕਿ ਜੰਮੂ ਮੁਸਲਿਮ ਮਤਲਬ ਹਿੰਦੂ ਬਹੁਗਿਣਤੀ ਵਾਲਾ, ਇਹ ਪੂਰੀ ਤਰ੍ਹਾਂ ਹਿੰਦੂਤਵ ਦੇ ਏਜੰਡੇ ਤੇ ਚੜ੍ਹਾ ਲਿਆ ਬੀਜੇਪੀ ਨੇ। ਸਾਰੀਆਂ ਸੀਟਾਂ ਬੀਜੇਪੀ ਲਿਜਾਂਦੀ ਸੀ ਇੱਕਾ ਦੁੱਕਾ ਨੂੰ ਛੱਡ ਕੇ। ਕਸ਼ਮੀਰ ਵੈਲੀ ਜਿਹੜੀ ਆ ਉਹ ਮੁਸਲਿਮ ਬਹੁਗਿਣਤੀ ਦੇ ਵਿੱਚ ਸੀ, ਉੱਥੇ ਦੀਆਂ ਖੇਤਰੀ ਪਾਰਟੀਆਂ ਮੇਨ ਸੀ ਤੇ ਇਹਨਾਂ ਨੇ PDP ਨਾਲ ਮਿਲ ਕੇ 3-4 ਮਹੀਨੇ ਐਂ ਚੱਲਿਆ, ਨਹੀਂ ਸਰਕਾਰ ਬਣੀ ਤੇ ਉਹਨਾਂ ਚਿਰ ਗਵਰਨਰ ਰੂਲ ਰਿਹਾ। ਉਦੋਂ ਬਾਅਦ PDP ਨਾਲ ਅਲਾਇੰਸ ਕਰ ਲਿਆ, ਜਮਾ ਦੁਸ਼ਮਣੀ ਦੀ ਹੱਦ ਤੱਕ, ਇੱਕ ਦੂਜੇ ਦੇ ਖਿਲਾਫ ਵਿਚਾਰਕ ਨਫ਼ਰਤ ਦੀ ਹੱਦ ਤੱਕ ਗਈਆਂ ਪਾਰਟੀਆਂ। ਚੋਣ ਬਣਾ ਕਿਹਾ ਕਿ ਇੱਕ ਨਵਾਂ ਤਜਰਬਾ ਹੈ ਜੀ, ਤਜਰਬਾ ਕਰਨਾ ਤਾਂ ਠੀਕ ਹੀ ਹੁੰਦਾ, ਹਮਨੇ ਤਜਰਬਾ ਕਰ ਲਿਆ, ਕਿਆ ਗਲਤ ਕੀਆ, ਦੇਸ਼ ਕੇ ਹਿੱਤ ਮੇਂ ਕੀਆ। ਤੇ ਜਿੱਥੇ ਇਹੋ ਜਿਹੇ ਤਜਰਬੇ ਮਤਲਬ ਕਿਤੇ ਇੱਕ ਦੂਜੇ ਦੇ ਔੜ ਤਜਰਬੇ ਹੋ ਸਕਦੇ ਨੇ, ਔਰ ਉੱਥੇ ਤਾਂ ਦੂਜਾ ਤਾਂ ਕੋਈ ਵੀ ਸੰਭਵ ਹੈ ਹੋ ਗਿਆ। ਪਰ ਫਰਕ ਇਹ ਪਤਾ ਲੱਗੂਗਾ ਕਿੰਨਾ ਫਰਕ ਪੈਂਦਾ ਹੈ, ਕਿਹੜੀ ਪਾਰਟੀ ਛੋਟੇ ਹੈ। ਕਈ ਵਾਰ ਕੁਛ 2-4 ਆਜ਼ਾਦ ਹੀ ਆ ਜਾਂਦੇ ਨੇ, ਉਹਨਾਂ ਨਾਲ ਹੀ ਕੰਮ ਚੱਲ ਜਾਂਦਾ ਹੁੰਦਾ। ਕਈ ਵਾਰ ਕੁਛ ਇਹ ਵੀ ਹੈ ਸਾਡੇ ਡਿਫੈਕਟ ਕਰਕੇ ਹਰਿਆਣੇ ਦੇ ਵਿੱਚ ਸੀਗਾ, ਹਰਿਆਣੇ ਦੀ ਜਿਹੜੀ ਇਦੋਂ ਪਹਿਲਾਂ ਹੁੱਡਾ ਸਰਕਾਰ ਸੀ, ਬਾਗੀ ਦੇ ਤੌਰ ਤੇ ਭਜਨ ਲਾਲ ਦਾ ਜਿਹੜਾ ਬੇਟਾ ਕੁਲਦੀਪ ਬਿਸ਼ਨੋਈ, ਉਹਦੇ 6 ਬੰਦੇ ਆਏ ਸੀ ਤੇ ਇਹਨਾਂ ਨੇ ਕੀ ਕੀਤਾ ਟੈਕਨੀਕਲੀ, ਉਹ ਪਹਿਲਾਂ 2 ਆਏ ਸੀ ਫਿਰ 3 ਆਏ ਸੀ, ਕਿਉਂਕਿ 2/3 ਟੁੱਟਣਾ ਜ਼ਰੂਰੀ ਹੈ ਜੇਕਰ ਤੁਸੀਂ ਸਰਕਾਰ ਬਣਾਉਂਦੇ ਹੋ। ਉਹਨਾਂ ਨੇ ਬਾਰ-ਬਾਰ ਰਿਹਾ, ਸਪੀਕਰ ਹੀ ਪਹਿਲਾਂ ਫੈਸਲਾ ਨਹੀਂ ਕਰਦਾ ਹੈ ਨਾ। ਸਾਡੇ ਪੰਜਾਬ 'ਚ ਹੀ ਆਪਾਂ ਦੇਖਿਆ, ਪਾਰਟੀ ਛੱਡ ਕੇ, ਆਮ ਆਦਮੀ ਪਾਰਟੀ ਛੱਡ ਕੇ ਖੈਰੇ ਉਹਨਾਂ ਨੇ ਅਲੱਗ ਪਾਰਟੀ ਬਣਾ ਲਈ ਸੀ, ਪਾਰਲੀਮੈਂਟ ਲੜੀ ਪਰ 5 ਸਾਲ ਕਢਾਤੇ ਨਾ ਮੁੜ ਕੇ ਉਸੇ ਤਰੀਕੇ ਦੇ ਨਾਲ। ਉਹੀ ਹਾਲ ਉਸ ਮਾਮਲੇ ਦੇ ਵਿੱਚ ਹੋਇਆ ਸੀ, 5 ਸਾਲ ਲੰਘਾਤੇ, ਸਰਕਾਰ ਚਲੀ ਗਈ, ਬਾਅਦ 'ਚ ਹਾਈ ਕੋਰਟ ਜਾ ਕੇ ਫੈਸਲਾ ਹੁੰਦਾ ਕਿ ਗਲਤ ਹੁੰਦਾ ਜਾਂ ਠੀਕ ਹੁੰਦਾ। ਇਸ ਲਈ ਜਿਹੜੇ ਫੈਸਲਾ ਕਰਦੇ ਨੇ ਕਾਨੂੰਨ ਦੇ ਮਾਮਲੇ ਦੇ ਵਿੱਚ, ਉਹਨੂੰ ਜਦੋਂ ਸੱਤਾ ਆਪਣੇ ਹੱਥ 'ਚ ਵਰਤਦੀ ਹੈ ਤਾਂ ਉਹ ਡਿਲੇ ਕਰਾ ਲੈਂਦੀ ਹੈ ਉਸ ਪੱਧਰ ਦੇ ਉੱਤੇ। ਸਾਡੇ ਤੁਰੰਤ ਫੈਸਲੇ ਨਹੀਂ ਹੁੰਦੇ, ਔਰ ਕਈ ਫੈਸਲੇ ਸਾਡੇ ਤੋਂ ਪਹਿਲਾਂ ਹੋਏ ਨੇ, ਜਿਵੇਂ ਅਕਾਲੀ ਦਲ ਵੇਲੇ ਸੀ। ਅਕਾਲੀ ਦਲ ਨੇ ਕਈ ਸੀਟਾਂ ਮੋਗਾ ਸਮੇਤ ਕਈਆਂ ਤੋਂ ਅਸਤੀਫੇ ਦਵਾ ਕੇ, ਹਾਲਾਂਕਿ ਸਰਕਾਰ ਨੂੰ ਵੀ ਕੋਈ ਫਰਕ ਨਹੀਂ ਪੈਂਦਾ, ਪਰ ਜਾਣਬੁੱਝ ਕੇ ਅਸਤੀਫੇ ਦਵਾ ਕੇ ਦੁਬਾਰਾ ਉਹਨਾਂ ਹੀ ਬੰਦਿਆਂ ਨੂੰ ਟਿਕਟ ਦਵਾ ਕੇ ਉਹੀ ਬੰਦੇ ਚੁਣ ਕੇ ਦੁਬਾਰਾ ਆਪਣੇ ਆਪ 'ਚ ਫੇਰ ਲਿਆਉਂਦੇ। ਇਹ ਵੀ ਇੱਕ ਕਲਚਰ ਹੈ ਸਾਡੇ। ਮੰਨ ਲਓ ਤੁਸੀਂ ਇਹ ਕਹਿ ਦੋਗੇ ਕਿ 5 ਦਾ 10 ਬੰਦੇ ਚੱਲਦੇ ਨੇ ਜੀ, ਸਾਡੇ ਕੋਲ ਲੋਕ ਲਾਜ ਜਾਂ ਡੈਮੋਕ੍ਰੈਟਿਕ ਵੈਲਿਊ ਜਾਂ ਕਦਰਾਂ ਕੀਮਤਾਂ ਤਾਂ ਹੈ ਨਹੀਂ। 10 ਬੰਦੇ ਡਿਫੈਕਟ ਕਰਕੇ ਵੋਟ ਕਰ ਜਾਂਦੇ ਨੇ, ਉਹਨਾਂ ਦੀ ਮੈਂਬਰੀ ਚਲੀ ਜਾਂਦੀ ਹੈ, ਤਾਂ ਉਹੀ ਪਾਰਟੀ ਦੁਬਾਰਾ ਚੋਣ ਤਾਂ ਹੋਊ, ਬਾਈ ਇਲੈਕਸ਼ਨ ਤਾਂ ਹੋਊ, ਉਹਨਾਂ ਨੂੰ ਇਹ ਭਰੋਸਾ ਦੇ ਰੱਖਦੀ ਹੈ। ਤੇ ਪਹਿਲਾਂ ਤਾਂ ਵਿਕਾਊ ਦੇ ਤੌਰ ਤੇ, ਪੈਸੇ ਦੇ ਤੌਰ ਤੇ ਵੀ, ਅੱਗੇ ਨੂੰ ਅਗਲਾ ਕਹਿੰਦਾ ਵੀ ਤੁਹਾਡਾ ਇਹ ਵੀ ਚੀਜ਼ ਕਰ ਦਾਂਗੇ, ਤੈਨੂੰ ਦੁਬਾਰਾ ਬਣਾ ਵੀ ਲਵਾਂਗੇ, ਦੁਬਾਰਾ ਜਿਤਾ ਲੈਂਦੀ ਹੈ ਸੱਤਾਧਾਰੀ ਤੇ, ਫਿਰ ਕੀ ਹੋਏਗਾ? ਅੱਛਾ, ਹੁਣ ਇੱਕ ਹੋਰ ਅਹਿਮ ਸਵਾਲ ਹੈ ਸਰ, ਜੋ ਆਪਾਂ ਦੇਖਿਆ ਸੀ ਕਿ 49 ਦਿਨ ਦੀ ਸਰਕਾਰ ਚੱਲੀ ਸੀ ਕੇਜਰੀਵਾਲ ਦੀ, ਜਦੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਮਝੌਤਾ ਕੀਤਾ ਸੀ। ਜੇ ਇੱਥੇ ਵੀ ਹੋ ਸਕਦਾ ਸਮਝੌਤਾ ਪੰਜਾਬ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ, ਜੇ ਸਰਕਾਰ ਬਣਾਉਣ ਦੀ ਲੋੜ ਪੈ ਗਈ ਤਾਂ?
ਨਹੀਂ ਉੱਥੇ ਉਹ ਇਹ ਕਹਿ ਰਹੇ ਨੇ ਨਾ ਕੇਜਰੀਵਾਲ ਹੁਣ ਤਾਂ ਜੀ ਮੈਂ ਨਹੀਂ ਸੀ ਲੈਣਾ, ਉਹਨਾਂ ਨੇ ਜ਼ਬਰਦਸਤੀ ਦੇਤੀ ਸਪੋਰਟ ਜਾਂ ਫਲਾਨਾ। ਉਹ ਤਾਂ ਕੋਈ ਵੀ ਪਾਰਟੀ ਕਹੂਗੇ, ਮੰਨ ਲਓ ਜੇ ਕਾਂਗਰਸ ਇਹ ਚਾਹੁੰਦੀ ਹੈ ਕਿ ਬੀਜੇਪੀ ਅਕਾਲੀ ਬਾਹਰ ਰਹੇ, ਕਾਂਗਰਸ ਇਹ ਕਹਿ ਸਕਦੀ ਹੈ ਵੀ ਜੇ ਮੈਜੋਰਟੀ ਮਤਲਬ ਵੱਧ ਸੀਟਾਂ ਕੇਜਰੀਵਾਲ ਨੂੰ ਨੇ ਵੀ ਅਸੀਂ ਤੇਰੀ ਬਾਹਰੋਂ ਹਮਾਇਤ ਕਰ ਦਿੰਦੇ ਹਾਂ, ਬਣਾ ਸਰਕਾਰ। ਫਿਰ ਸਰਕਾਰ ਕਿਉਂ ਨਹੀਂ ਬਣਾਉਂਦਾ, ਤੂੰ ਬੀਜੇਪੀ ਨਾਲ ਮਿਲਿਆ ਹੋਇਆ ਜਾਂ ਆਪ ਕਾਂਗਰਸ ਨੂੰ ਕਹਦੇ ਮੈਂ ਤੇਰੀ ਬਾਹਰੋਂ ਸਪੋਰਟ ਕਰ। ਜ਼ਰੂਰੀ ਤਾਂ ਨਹੀਂ ਸਰ, ਮਤਲਬ ਸਪੋਰਟ ਦੋ ਟਾਈਪ ਦੀ ਹੁੰਦੀ ਹੈ ਨਾ, ਕਿ ਇੱਕ ਤਾਂ ਮਿਲ ਕੇ ਕੋਈ ਇਕੱਠੀ ਸਰਕਾਰ ਬਣਾਉਣਾ ਗੱਠਜੋੜ 'ਚ, ਇੱਕ ਬਾਹਰੋਂ ਸਪੋਰਟ ਨਾਲ ਤਾਂ ਕਈ ਵਾਰ ਸਰਕਾਰ ਬਣੀਆਂ, ਸਾਡੇ ਦੇਸ਼ ਲੈਵਲ ਦੀ ਸਰਕਾਰ ਬਣੀਆਂ ਜਦੋਂ ਕਾਮਰੇਡ ਤੇ ਬੀਜੇਪੀ ਜਿਹੜੇ ਇੱਕ ਦੂਜੇ ਦੇ ਵਿਰੋਧੀ ਸੀ। ਔਰ ਬੀਪੀ ਸਿੰਘ ਗਵਰਨਮੈਂਟ ਵੇਲੇ ਵੀ ਬਾਹਰੋਂ ਸਪੋਰਟ ਇਹਨਾਂ ਨੇ ਦਿੱਤੀ, ਬਾਹਰੋਂ ਸਪੋਰਟ ਦਿੰਦੇ ਰਹੇ ਨੇ, ਬੀਜੇਪੀ ਬਾਹਰੋਂ ਸਪੋਰਟ ਦਿੰਦੀ ਰਹੀ ਹੈ ਅਤੇ ਉੱਥੇ ਕਾਮਰੇਡ ਕਈਆਂ ਨੂੰ ਬਾਹਰੋਂ ਸਪੋਰਟ ਦਿੰਦੇ ਨੇ ਉਸੇ ਲੈਵਲ 'ਤੇ। ਇਸ ਲਈ ਬਾਹਰੋਂ ਸਪੋਰਟ ਦਾ ਵਰਤਾਰਾ ਤਾਂ ਕਈ ਵਾਰ ਚੱਲਿਆ, ਪੰਜਾਬ 'ਚ ਵੀ ਚੱਲਿਆ। ਪੰਜਾਬ 'ਚ ਜਿੰਨੀਆਂ ਅਕਾਲੀ ਦਲਾਂ 'ਚ ਫੁੱਟ ਪੈ ਕੇ ਸਰਕਾਰਾਂ ਬਣੀਆਂ, ਕਾਂਗਰਸ ਨੇ ਬੜੀ ਦੇਰ ਬਾਹਰੋਂ ਚਲਾਈ। 85 ਦੇ ਵਿੱਚ ਬਰਨਾਲਾ ਗਵਰਨਮੈਂਟ ਥੋੜ੍ਹੇ ਦਿਨ ਜਿਹੜੀ ਲੰਮੀ ਚੱਲੀ, ਉਹ ਕਾਂਗਰਸ ਨੇ ਕਿਹਾ ਬਾਹਰੋਂ ਸਪੋਰਟ ਦਿੰਦੇ ਆ। ਬਾਹਰਲੀ ਸਪੋਰਟ ਦਾ ਇੱਕ ਵਰਤਾਰਾ ਹੁੰਦਾ, ਪਰ ਉਹ ਬਾਹਰਲੀ ਸਪੋਰਟ ਜ਼ਿਆਦਾ ਦੇਰ ਨਹੀਂ ਚੱਲਦੀ ਕਿਉਂਕਿ ਜ਼ਿੰਮੇਵਾਰੀ ਨਹੀਂ ਹੁੰਦੀ ਨਾ, ਬੰਦਾ ਜਦ ਮਰਜ਼ੀ ਉਹਨੂੰ ਖਿੱਚਣ ਦੀ ਟਰਾਈ ਕਰਦਾ ਕਿ, ਪਰ ਜਿਹੜੀ ਸਰਕਾਰ ਮਿਲ ਕੇ ਬਣਦੀ ਹੈ ਉਹ ਅਲੱਗ ਤਰ੍ਹਾਂ ਦੀ ਬਣਦੀ ਹੈ। ਜਿਹੜੀ ਦਿੱਲੀ ਦਾ ਚੋਣ ਸੀ ਉਹ ਅਲੱਗ ਤਰ੍ਹਾਂ ਸੀ, ਉਦੋਂ ਕੇਜਰੀਵਾਲ 'ਚ ਖਾਸ ਨੈਸ਼ਨਲ ਲੀਡਰ ਬਣਦੀ ਸੀ, ਉਹਨੂੰ ਲੱਗਦਾ ਸੀ ਕਿ ਹਵਾ ਚੱਲ ਰਹੀ ਹੈ ਮੇਰੇ ਪੱਖ 'ਚ ਦੇਸ਼ ਦੇ ਵਿੱਚ। ਉਹ ਬਨਾਰਸ 2014 ਦੀ ਲੋਕ ਸਭਾ ਚੋਣ ਲੜਨ ਚਲਾ ਗਿਆ ਇਹ ਤੋੜ ਕੇ, ਤੇ ਇਹ ਦਿਖਾਉਣਾ ਸੀ ਫਿਰ ਕਿ ਮੈਂ ਤਾਂ ਵੱਡਾ। ਜਦੋਂ ਉੱਥੋਂ ਜ਼ਮਾਨਤਾਂ ਜ਼ਬਤ ਹੋ ਗਈਆਂ, ਪੰਜਾਬ ਔਰ ਦਿੱਲੀ ਤੋਂ ਬਿਨਾਂ ਕੁਝ ਮਿਲਿਆ ਹੀ ਨਹੀਂ ਕਿਤੋਂ। ਪੰਜਾਬ 'ਚੋਂ 4 MP ਜਿੱਤੇ, ਬਾਕੀ ਸਾਰੇ ਜਗ੍ਹਾ ਕੋਈ MP ਨਹੀਂ ਜਿੱਤਿਆ। ਦਿੱਲੀ ਦੇ ਵਿੱਚੋਂ ਕੇਵਲ ਜ਼ਮਾਨਤ ਮਤਲਬ ਸੈਕੰਡ ਤਾਂ ਰਹੇ, ਇੱਕ ਵੀ MP ਨਹੀਂ ਸੀ ਜਿੱਤਿਆ। ਇਹ ਤਾਂ ਮੁੜ ਕੇ ਨਿਰਾਸ਼ ਸੀਗੇ ਬਹੁਤ ਜ਼ਿਆਦਾ, ਪਰ ਪ੍ਰੋਪਰ ਮਾਹੌਲ ਫਿਰ ਬਣ ਗਿਆ। ਦਿੱਲੀ ਦੇ ਵਿੱਚ ਦੁਬਾਰਾ ਸਰਕਾਰ ਆ ਗਈ, ਉਹ ਇੱਕ ਅਲੱਗ ਟਾਈਪ ਦਾ ਮਾਹੌਲ ਸੀ ਤੇ ਇਹਨਾਂ ਨੇ ਛੱਡਿਆ, ਨਹੀਂ ਤਾਂ ਸ਼ਾਇਦ ਉਹ ਵੀ ਕੋਲੀਸ਼ਨ ਕਾਫੀ ਦੇਰ ਚੱਲ ਜਾਂਦੀ। ਅੱਛਾ, ਹੁਣ ਇੱਕ ਹੋਰ ਸਰ ਜੋ ਅਹਿਮ ਸਵਾਲ ਚੱਲਦਾ ਪਿਆ ਇਸ ਸਮੇਂ ਕਿ ਕੋਈ ਵੀ ਸੀਟਾਂ ਜ਼ਿਆਦਾ ਲੈ ਜਾਂਦਾ ਪਾਰਟੀ, ਕੋਈ ਵੀ ABCD ਪਾਰਟੀ ਲੈ ਜਾਂਦੀ ਹੈ, ਜੇ 4 5 ਜਾਂ 7 MLA ਰਹਿ ਗਏ ਫਿਰ ਲੱਗਦਾ ਵੀ MLA ਨੂੰ ਪੱਟਿਆ ਜਾਊਗਾ ਜੋ ਬਾਕੀ ਜਗ੍ਹਾ ਤੋਂ ਜਿੱਤ ਗਏ ਹੋਣਗੇ, ਜਾਂ ਪੈਸੇ ਦੀ ਲੈਣ ਦੇਣ ਲੈ ਕੇ, ਕਿਉਂਕਿ ਆਪਾਂ ਚਰਚਾ ਸੁਣਦੇ ਆਏ ਆ ਵੀ ਜੇ ਘੱਟ MLA ਰਹਿ ਗਏ ਉਦੋਂ ਪੱਟ ਕੇ ਇੱਧਰ ਲਿਓ ਚਾਹੇ ਲਾਲਚ ਦੇ ਕੇ ਲਿਓ। ਨਹੀਂ, ਇਹ ਤਾਂ ਦਸਤੂਰ ਹੈ ਸਾਡੇ ਸਾਰੇ ਲੋਕਤੰਤਰ ਦਾ। ਮੰਡੀ ਲੱਗੀ ਹੈ ਤੇ ਇਹ ਤੋਂ ਪਹਿਲਾਂ ਵੀ ਤਾਂ ਜੇ ਟਿਕਟਾਂ ਦੇ ਇਲਜ਼ਾਮ ਲੱਗ ਸਕਦੇ ਨੇ ਕਿ ਟਿਕਟਾਂ ਖਰੀਦੀਆਂ ਗਈਆਂ ਨੇ, ਵੇਚੀਆਂ ਗਈਆਂ ਨੇ, ਤਾਂ ਪੋਲੀਟਿਕਸ ਇੰਨੀ ਕਰਪਟ ਹੋ ਗਈ ਹੈ, ਤਾਂ ਲੋਕ ਇਹੀ ਕਹਿੰਦੇ ਨੇ ਵੀ ਜਿਹੜਾ ਬੰਦਾ ਕਰੋੜਾਂ ਰੁਪਇਆ ਲਾਉਂਦਾ ਹੈ ਉਹ ਕਿੱਥੋਂ ਲਿਆਊਗਾ ਮੁੜ ਕੇ, ਉਹ ਬਣਾਉਣ ਲਈ ਲਿਆਉਂਦਾ ਨਾ, ਉਹ ਸੱਤਾ ਦਾ ਹਿੱਸਾ ਬਣਨਾ ਚਾਹੁੰਦਾ, ਮੁੜ ਕੇ ਤਾਂ ਉਹ ਉਸ ਲੈਵਲ 'ਤੇ ਨਹੀਂ ਬਣਨਾ ਚਾਹੁੰਦਾ। ਇਹ ਤਾਂ ਕੋਈ ਨੋਰਮਲ ਸਵਾਲ ਹੈ, ਕੋਈ ਵੀ ਕਹਿ ਦੂਗਾ ਕਿ ਹਾਂਜੀ ਖਰੀਦੇ ਵੀ ਜਾਣ ਕੇ, ਏਜੰਸੀਆਂ ਵੀ ਵਰਤੀਆਂ ਜਾਂਦੀਆਂ ਨੇ ਆਪਣੇ ਨਾਲ ਰਲਾਉਣ ਲਈ, ਸਭ ਕੁਝ ਹੁੰਦਾ ਬਾਈ ਹੁੱਕਾ ਰੁਕ ਲੋਕ ਕਹਿੰਦੇ ਨੇ ਆਪਣੀ ਸਰਕਾਰ ਬਣੇ ਜਿਵੇਂ ਮਰਜ਼ੀ ਹੈ, ਚੱਕ ਲੈ ਜਾਂਦੇ ਨੇ ਹੋਟਲਾਂ 'ਚ ਬਠਾਠਾ ਲਾਉਂਦੇ ਨੇ ਇੰਨੇ ਮਹੀਨੇ। ਕਰਨਾਟਕ ਦੇ ਬੰਦੇ ਬੰਬੇ ਰੱਖੇ ਜਾਂਦੇ ਨੇ ਲਿਆ ਕੇ, ਕਿਤੇ ਦਾ ਬੰਦਾ ਕਿਤੇ ਰੱਖੇ ਜਾਂਦੇ ਨੇ, ਸਾਡੇ ਸਾਹਮਣੇ ਤਾਂ ਇਹ ਢਾਂਚਾ ਇਹ ਸਾਰਾ ਕੁਝ ਵਾਪਰਦਾ। ਔਰ ਬੰਦੇ ਖਰੀਦਣ ਦੇ ਮਾਮਲੇ 'ਚ ਇਸ ਦੇਸ਼ ਦਾ ਪ੍ਰਧਾਨ ਮੰਤਰੀ ਸਜ਼ਾ ਤੱਕ ਮਤਲਬ ਕੋਰਟਾਂ 'ਚ ਪੇਸ਼ੀਆਂ ਭੁਗਤਦਾ ਰਿਹਾ। ਝਾਰਖੰਡ ਮੁਕਤੀ ਮੋਰਚੇ ਦੇ ਉਸ ਸਮੇਂ ਨਰਸਿਮਹਾ ਰਾਓ, ਕਿਉਂਕਿ ਮਿਨੋਰਟੀ ਦੀ ਗਵਰਨਮੈਂਟ ਦੇ ਵਿੱਚ ਸੀ। ਸਾਡੇ ਤਾਂ ਇਹ ਰਿਵਾਜ ਹੈ, ਕੋਈ ਬਹੁਤ ਨਵੀਂ ਗੱਲ ਨਹੀਂ ਹੋਣੀ, ਅਣਹੋਣੀ ਗੱਲ ਨਹੀਂ ਹੋਣੀ ਕਿ ਉਹ ਬੰਦੇ ਖਰੀਦਦੇ ਨੇ ਜਾਂ ਨਹੀਂ। ਅੱਛਾ ਚਲੋ, ਹੁਣ ਇਹਦਾ 20 ਤਰੀਕ ਨੂੰ ਪਤਾ ਲੱਗੂਗਾ, ਪਰ ਜੋ ਇਸ ਸਮੇਂ ਸਭ ਤੋਂ ਅਹਿਮ ਸਵਾਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੇ BJP ਦਾ ਗੱਠਜੋੜ ਹੋ ਜਾਂਦਾ, ਜੋ ਇੱਕ ਉਹਨਾਂ ਨੇ ਗੱਠਜੋੜ ਤੋੜਿਆ ਸੀ ਵੀ ਅਸੀਂ ਹੁਣ ਇਹਨਾਂ ਨਾਲ ਗੱਠਜੋੜ, ਫਿਰ ਪੰਜਾਬ ਦੇ ਲੋਕ ਕਿੱਦਾਂ ਦੇਖਣਗੇ ਕਿ ਵਾਕਈ ਉਹ ਬੈਕ ਕਰ ਜਾਣਗੇ, ਵਾਪਸ ਆਪਣੀ ਜਗ੍ਹਾ 'ਤੇ ਆ ਜਾਏਗੀ ਸ਼੍ਰੋਮਣੀ ਅਕਾਲੀ ਦਲ, ਕੇ ਫਿਰ ਲੋਕ ਇਸ ਉੱਪਰ ਡਬਲ ਰਿਐਕਟ ਕਰਨਗੇ? ਦੇਖੋ, ਲੋਕਾਂ ਨੇ ਕੀ ਕਰਨਾ, ਰਿਐਕਟ ਤਾਂ ਕਰਨਗੇ, ਪਰ 5 ਸਾਲ ਤੋਂ ਪਹਿਲਾਂ ਲੋਕਾਂ ਕੋਲ ਕੋਈ ਹੱਕ ਹੈ? ਰਿਐਕਟ ਤਾਂ ਲੋਕਾਂ ਨੂੰ ਕਰਨਾ ਚਾਹੀਦਾ ਕਿ ਇਹ ਵੈਸੇ ਵੀ ਅਕਾਲੀ ਦਲ ਆਪਣੇ ਆਪ ਨਹੀਂ ਪਿੱਛੇ ਆਇਆ ਸੀ, ਉਹ ਇੱਕ ਐਡਾ ਵੱਡਾ ਅੰਦੋਲਨ ਸੀ ਜਿਹਦੇ ਅੰਦੋਲਨ ਦੇ ਮਾਮਲੇ ਦੇ ਕਰਕੇ ਉਹ ਚੀਜ਼ਾਂ ਆਈਆਂ। ਜਦ ਤੋਂ ਅੰਦੋਲਨ ਪਿੱਛੇ ਹਟੇ ਹੈ, ਜਾਂ ਅੰਦੋਲਨ ਦਾ ਇੱਕ ਲੈਵਲ ਦਾ ਫੈਸਲਾ ਹੋ ਗਿਆ ਜਾਂ ਹੁਣ ਇਸ ਲੈਵਲ 'ਤੇ ਆ ਗਿਆ, ਤਾਂ ਉਦੋਂ ਬਾਅਦ ਤਾਂ ਪਾਰਟੀਆਂ ਉਹੀ ਬਿਹੇਵ ਕਰ ਰਹੀਆਂ ਨੇ, ਉਦੋਂ ਕੋਈ ਫਰਕ ਪਿਆ ਕਦੇ ਕਿਸੇ 'ਚ? ਔਰ ਜੇ ਇੱਥੋਂ ਦੇ ਲੋਕ ਅੰਦੋਲਨ ਤੋਂ ਬਾਅਦ BJP 'ਚ ਧੜਾ ਜਾ ਰਹੇ ਨੇ, ਚੱਕ ਕੇ ਉਹੀ ਬੰਦੇ ਜਿਹੜੇ ਅਕਾਲੀ ਦਲ 'ਚੋਂ ਵੀ ਜਾ ਰਹੇ ਨੇ, ਹੋਰਾਂ ਪਾਰਟੀਆਂ 'ਚੋਂ ਵੀ ਜਾ ਰਹੇ ਨੇ, ਜੇ ਉਹ ਕਦਰਾਂ ਕੀਮਤਾਂ ਉਹ ਸੰਗ ਸ਼ਰਮ ਸਾਡੇ ਬਾਕੀ ਜਗ੍ਹਾ ਨਹੀਂ ਤਾਂ ਇੱਥੇ ਹੋਣ ਦੇ ਤਾਂ ਚਾਂਸ ਨਹੀਂ ਹੈ। ਇਹਨਾਂ ਨੇ ਤਾਂ ਸਗੋਂ ਇਹ ਕਹਿਣਾ ਕਿ ਅਸੀਂ ਫਿਰ ਵੀ ਜਦ ਮੌਕਾ ਆਊਗਾ ਅਸੀਂ ਕਿਸਾਨਾਂ ਦੇ ਨਾਲ, ਅਸੀਂ ਲੋਕਾਂ ਦੇ ਨਾਲ ਆ, ਫਿਰ ਛੱਡ ਦਾਂਗੇ ਜੀ। ਦੇਖੋ ਅਸੀਂ ਪਹਿਲਾਂ ਵੀ ਛੱਡੀ ਹੈ। ਇੱਕ ਲੌਜਿਕ ਹੀ ਦੇਣਾ ਹੁੰਦਾ ਹੈ, ਦਲੀਲ ਦੇਣ 'ਚ ਕੀ ਫਰਕ ਪੈਂਦਾ? ਸਾਰੇ ਰਲ ਮਿਲ ਕੇ ਜੀ ਪੰਜਾਬ ਨੂੰ ਉੱਪਰ ਡਬਲ ਇੰਜਣ ਦੀ ਸਰਕਾਰ ਹੈ, ਡਬਲ ਇੰਜਣ ਫਿਰ ਵੀ ਚੱਲ ਜਾਊਗਾ, ਜੋ ਮਰਜ਼ੀ ਚਲਾਓ। ਸਿਆਸਤਦਾਨ ਨੇ ਆਪਣਾ ਇੱਕ ਜੁਮਲਾ ਕੱਢਣਾ ਹੁੰਦਾ ਹੈ। ਹਾਂ, ਜਦ ਤਾਂ ਸਾਡੇ ਵਾਪਸ ਬੁਲਾਉਣ ਦਾ ਹੱਕ ਹੋਵੇ ਕਿ ਲੋਕ ਇਮੀਡੀਏਟ ਵੋਟ ਪਾ ਕੇ ਇਹਨਾਂ ਨੂੰ ਕਹਿਣ ਕਿ ਅਸੀਂ ਵੋਟ ਤੁਹਾਡੇ ਅਲਾਇੰਸ ਰਾਹੀਂ ਨਹੀਂ ਸੀ ਦਿੱਤੀ, ਉਹਦੇ ਚੋਂ ਹਾਂ, ਉਹ ਸਾਡੇ ਆਪਸ਼ਨ ਨਹੀਂ ਹੈ ਕਾਨੂੰਨੀ ਤੌਰ ਤੇ ਕਿਸੇ ਵੀ ਰੂਪ ਦੇ ਵਿੱਚ। ਔਰ ਇਸੇ ਕਰਕੇ ਹੈ ਕਿ ਮਨਮਾਨੀ ਕਰਦੇ ਨੇ ਜਿਹੜੀ ਸੱਤਾਧਾਰੀ। ਇਹ ਬੜਾ ਇੰਟਰਸਟਿੰਗ ਹੋਏਗਾ ਕਿ ਜੇ BJP ਤੇ ਅਕਾਲੀ ਦਲ ਦਾ ਗੱਠਜੋੜ ਹੋ ਜਾਂਦਾ, ਕੈਪਟਨ ਸਾਹਿਬ ਵੀ ਤਾਂ ਉਸ ਪਾਸੇ ਹੈਗੇ ਨਾ, ਫਿਰ ਇਹ ਕਿੱਦਾਂ ਅਲਾਇੰਸ ਨੂੰ ਦੇਖਿਆ ਜਾਊਗਾ? ਕਿਉਂਕਿ ਕੈਪਟਨ ਜੋ ਕਾਂਗਰਸ ਵਿੱਚ ਖਿਲਾਫ ਬੋਲਦੇ ਅਕਾਲੀ ਦਲ ਦੇ।
ਨਾ ਕੋਈ ਗੱਲ ਨਹੀਂ, ਕੈਪਟਨ ਹੋਣੀ ਪਹਿਲਾਂ ਕਿੰਨੇ ਵਾਰ ਅਕਾਲੀ ਦਲ ਚ ਗਏ ਨੇ ਤੇ ਫਿਰ ਕਾਂਗਰਸ ਚ ਆਏ ਨੇ। ਕੈਪਟਨ 84 ਦੇ ਤੋਂ ਬਾਅਦ ਅਕਾਲੀ ਦਲ ਚ ਆਏ, 85 ਦੇ ਅਕਾਲੀ ਮਿਨਿਸਟਰੀ ਦੇ ਵਿੱਚ ਮਿਨਿਸਟਰ ਸੀਗੇ, ਐਗਰੀਕਲਚਰ ਮਿਨਿਸਟਰ ਸੀ। ਉਦੋਂ ਬਾਅਦ ਫਿਰ 92 ਦੇ ਵਿੱਚ ਅਕਾਲੀ ਦਲ ਨੇ ਨਹੀਂ ਲੜੀ ਚੋਣ, ਉਹਨਾਂ ਨੇ ਆਪਣਾ ਅਕਾਲੀ ਦਲ ਪੰਥਕ ਬਣਾ ਲਿਆ। ਫਿਰ 97 ਚ ਟਿਕਟ ਮੰਗਦੇ ਸੀ ਅਕਾਲੀ ਦਲ ਤੋਂ ਹੀ, ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ, ਫਿਰ 98 ਚ ਕਾਂਗਰਸ ਚ ਆਏ। ਇਹ ਕੋਈ ਨਵੀਂ ਗੱਲ ਹੈ? ਇਹ ਸਾਰੀਆਂ ਗੱਲਾਂ ਹੀ ਉਸੇ ਤਰੀਕੇ ਨਾਲ ਚੱਲਦੀਆਂ ਨੇ, ਨਵੀਂ ਕੀ ਗੱਲ, ਨਵਾਂ ਕੁਝ ਨਹੀਂ ਹੈ। ਬਲਕਿ ਹੁਣ ਤਾਂ ਸਗੋਂ ਸਾਂਝਾ ਜਾ ਲਾਏ, ਸਭ ਕਹਿਣਗੇ ਆਪਾਂ ਇਕੱਠੇ ਕਰਦੇ ਹਾਂ ਜੀ। ਦੇਖ ਇਦੋਂ ਪਹਿਲਾਂ ਇਲਜ਼ਾਮ ਕੀ ਲਾਉਂਦੇ ਸੀ ਕਾਂਗਰਸੀ? ਇਲਜ਼ਾਮ ਇਹ ਲਾਉਂਦੇ ਸੀ ਵੀ ਕੈਪਟਨ ਸੁਖਬੀਰ ਬਾਦਲ ਉਹਨਾਂ ਨਾਲ ਮਿਲਿਆ ਹੋਇਆ ਤੇ ਨਾਲ ਲਾਉਂਦੇ ਸੀ ਮੋਦੀ ਉਹਨਾਂ ਨਾਲ ਮਿਲਿਆ ਹੋਇਆ। ਫਿਰ ਤਾਂ ਮਿਲੇ ਹੋਏ ਸਾਰੇ ਇਕੱਠੇ ਹੋ ਜਾਣਗੇ, ਫਿਰ ਕੀ ਫਰਕ ਪੈਂਦਾ? ਸਗੋਂ ਉਹ ਗੱਲ ਸੱਚ ਹੋ ਜਾਣੀ ਫਿਰ ਜੋ ਲੋਕ ਕਹਿੰਦੇ ਸੱਚ ਕਰੋ। ਮਿਲੇ ਤਾਂ ਇਹ ਮੈਨੂੰ ਲੱਗਦਾ ਕਿੰਨੇ ਮਿਲੇ ਹੋਏ ਨੇ ਸਾਰੇ ਹੀ। ਜਦੋਂ ਕੋਈ ਵਿਚਾਰਧਾਰਕ ਖੇਡ ਨਾ ਰਹੇ ਤਾਂ ਸਾਰੇ ਮਿਲੇ ਹੁੰਦੇ ਨੇ, ਤੇ ਮਿਲਣ 'ਚ ਠੀਕ ਹੈ ਕਿ ਉਹਦੇ 'ਚ ਵੀ ਸੱਤਾ ਪ੍ਰਾਪਤੀ ਦੇ ਵਿੱਚ ਲੜਾਈ ਵੀ ਹੁੰਦੀ ਆ ਆਪਸ ਦੇ ਵਿੱਚ ਜਿੰਨੀ ਕੁ ਹੁੰਦੀ ਹੈ, ਪਰ ਉਹ ਲੜਾਈ ਅਸੂਲਨ ਲੜਾਈ ਨਹੀਂ ਹੁੰਦੀ। ਉਹ ਲੜਾਈ ਇਹੋ ਜਿਹੀ ਲੜਾਈ ਹੁੰਦੀ ਹੈ ਕਿ ਜੇ ਤੇਰੇ ਨਾਲ ਗਲ ਬੱਕੜੀ ਪਾ ਕੇ ਮੈਨੂੰ ਸੱਤਾ ਮਿਲਦੀ ਹੈ ਤਾਂ ਮੈਂ ਉਹ ਲੈ ਲੈਂਦਾ, ਜੇ ਤੈਨੂੰ ਗਾਲ ਕੱਢ ਕੇ ਮੈਨੂੰ ਸੱਤਾ ਮਿਲਦੀ ਹੈ ਤਾਂ ਮੈਂ ਗਾਲ ਕੱਢ ਲੈਂਦਾ। ਮਾਮਲਾ ਕੇਵਲ ਸੱਤਾ ਤੱਕ ਪਹੁੰਚਣ ਦਾ ਹੁੰਦਾ, ਉਹਦੇ 'ਚ ਕੋਈ ਅਸੂਲ ਨਹੀਂ। ਅੱਛਾ, ਆਖਿਰ ਸਵਾਲ ਸਰ, ਆਮ ਆਦਮੀ ਪਾਰਟੀ ਕਾਂਗਰਸ, ਤੁਸੀਂ ਗੱਲ ਕੀਤੀ ਵੀ ਕਾਂਗਰਸ ਨਾਲ ਸ਼ਾਇਦ ਗੱਠਜੋੜ ਹੋ ਜਾਵੇ ਦਿੱਲੀ 'ਚ, ਦੇਖਿਆ ਜੇ ਕਾਂਗਰਸ ਦੀ ਆਪਸ਼ਨ ਆਪਾਂ ਛੱਡ ਦਈਏ ਵੀ ਨਾ, ਫਿਰ ਆਮ ਆਦਮੀ ਪਾਰਟੀ ਕਿੱਦੋਂ ਜਾਊਗੀ? ਕੀ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨਾਲ ਗੱਠਜੋੜ ਹੋ ਸਕਦਾ? ਕਹਿ ਨਹੀਂ ਸਕਦੇ, ਹੁਣ ਇਹ ਹਾਈਪੋਥੈਟਿਕ ਗੱਲ ਹੈ। ਜਦੋਂ ਪਹਿਲਾਂ ਤਾਂ ਜਿਹੋ ਜਿਹੀ ਸਥਿਤੀ ਆਉਂਦੀ ਆ ਉਹਦੇ 'ਤੇ ਹੈ, ਪਰ ਮੈਨੂੰ ਇਹ ਲੱਗਦਾ ਕਿ ਸਿਆਸਤਦਾਨ ਅੱਜ ਦਾ ਇਹ ਹੈ ਕਿ ਬਾਰ-ਬਾਰ ਵੋਟਾਂ ਚਾਹੁੰਦਾ ਨਹੀਂ। ਇਹ ਕੁਝ ਵੀ ਕਰਦਾ, ਕੋਈ ਵੀ ਦਲੀਲ ਕੱਢਦਾ, ਕੋਈ ਵੀ ਮਤਲਬ ਸਹਿਮਤੀ ਕਰਦਾ, ਸਰਕਾਰ ਬਣਾ ਲੈਂਦਾ। ਬਣਾ ਕੇ 5 ਸਾਲ ਸੱਤਾ ਤੋਂ ਦੂਰ ਕੋਈ ਨਹੀਂ ਜਾਣਾ ਚਾਹੁੰਦਾ। ਜਿਹੜੇ ਇਹ ਲੜ ਰਹੇ ਨੇ, ਕੋਈ ਨਾ ਕੋਈ ਨਿਕਲਿਆ ਆਊਗਾ ਜਿਹੜਾ ਸਾਨੂੰ ਕਈ ਸਾਡੇ ਚੇਤੇ 'ਚ ਵੀ ਨਾ ਹੋਵੇ ਸ਼ਾਇਦ, ਇਹੋ ਜਿਹਾ ਫਾਰਮੂਲਾ ਕੱਢ ਕੇ ਲਿਆਉਣ ਕੋਈ ਵੀ ਚਲੋ ਜੀ ਹੁਣ ਤਾਂ ਇਸ ਕਰਕੇ ਕਰਨਾ ਪੈ ਰਿਹਾ ਜੀ, ਆਪਾਂ ਕੀ ਕਰੀਏ। ਤੁਸੀਂ ਦੇਖੋ ਜੇ ਕੇਜਰੀਵਾਲ ਜਿਹੜਾ ਸਭ ਤੋਂ ਪਹਿਲਾਂ ਜਿੰਨੇ ਉਹਨੇ ਪਹਿਲਾਂ ਗੱਲਾਂ ਕੀਤੀਆਂ ਵੀ ਆਪਾਂ ਆਹ ਨਹੀਂ ਕਰਦੇ, ਆਹ ਨਹੀਂ ਕਰਦੇ, ਉਹ ਕਿਹਾ VIP ਕਲਚਰ ਖਤਮ। ਕੀ VIP ਕਲਚਰ ਖਤਮ ਹੋ ਗਿਆ? ਤਾਕਤਾਂ ਦਾ ਸੈਂਟਰਲਾਈਜੇਸ਼ਨ ਨਹੀਂ, ਵਲੰਟੀਅਰ ਕਰਨਗੇ ਜੋ ਕਰਨਗੇ। ਕੀ ਕੇਜਰੀਵਾਲ ਤੋਂ ਬਿਨਾਂ ਕਿਸੇ ਦੀ ਕੋਈ ਔਕਾਤ ਹੈ ਕੋਈ ਗੱਲ ਕਰੇ? ਔਰ ਵੱਡਾ ਰਹਿਣਾ ਨਹੀਂ, ਘਰ ਦੇ ਲਈ ਸਭ ਤੋਂ ਪਹਿਲਾਂ ਰੌਲਾ ਪਿਆ ਤੇ ਸਾਰਾ ਕੁਝ ਉਸੇ ਤਰੀਕੇ ਦਾ। ਜੇ ਬਦਲਾਅ ਆਏ, ਸਭ ਤੋਂ ਪਹਿਲਾਂ ਮੂਵਮੈਂਟ 'ਚ ਉਹ ਇਹੀ ਕਹਿ ਰਹੇ ਸੀ ਕਿ ਸਿਆਸਤਦਾਨ ਨੂੰ ਅਸੀਂ ਸਟੇਜ 'ਤੇ ਨਹੀਂ ਚੜ੍ਹਨ ਦੇਣਾ, ਸਿਆਸਤਦਾਨ ਨਾਲ ਅਸੀਂ ਗੱਲ ਨਹੀਂ ਕਰਨ ਦੇਣੀ। ਫਿਰ ਉਹੀ ਇੱਕ ਬਰਤਾਨ ਸਿਰ ਜਾਓ, ਕਹਿੰਦਾ ਵੀ ਗੰਦ ਹੈ। ਸਾਨੂੰ ਪਤਾ ਸਿਆਸਤਦਾਨ ਗੰਦੀ ਹੈ, ਗੰਦ ਤੋਂ ਜਾ ਕੇ ਸਾਫ਼ ਕਰਨਾ ਪੜੇਗਾ, ਇਸ ਲਈ ਇੱਧਰ ਆ ਗਏ। ਕੀ ਇਤਰਾਜ਼ ਹੋਇਆ? ਅੱਛਾ, ਲੋਕਾਂ ਦਾ ਕੀ, ਜੋ ਲੋਕ ਬੋਲਦੇ ਨੇ ਇੱਕ ਦੂਜੇ ਦੇ ਖਿਲਾਫ, ਲੋਕ ਰੈਲੀਆਂ ਤੇ ਜਾਂਦੇ ਨੇ ਵੀ ਪਤਾ ਵੀ ਉਹੀ ਉਮੀਦਵਾਰ ਕੱਲ ਨੂੰ ਕਿਸੇ ਹੋਰ ਪਾਰਟੀ ਵੀ ਜਾ ਕੇ ਮਿਲਿਆ, ਫਿਰ ਲੋਕ ਉੱਥੇ ਦੇ ਉੱਥੇ ਹੀ ਰਹਿ ਗਏ। ਕਿ ਲੋਕਾਂ ਦਾ ਕੁਝ ਬਦਲਿਆ ਕਿ ਸੱਤਾ ਲੈਣ ਵਾਸਤੇ ਕੋਈ ਵੀ ਉਮੀਦਵਾਰ ਕਿਤੇ ਜਾ ਸਕਦਾ? ਨਹੀਂ, ਲੋਕਾਂ ਨੇ ਤਾਂ ਵੋਟ ਪਾਉਣੀ ਹੈ। ਵੈਸੇ ਲੋਕ ਐਤਕੀ ਵੀ ਦਿਖਾਇਆ ਲੋਕਾਂ ਨੇ ਕਿ ਉਹ ਨਹੀਂ ਲੜ ਰਹੇ ਆਪਸ ਦੇ ਵਿੱਚ, ਬਹੁਤ ਘੱਟ ਲੜ ਰਹੇ। ਸਮਝ ਆ ਗਈ ਹੈ ਉਹਨਾਂ ਨੂੰ, ਸਮਝ ਇਸ ਤਰੀਕੇ ਨਾਲ ਆ ਗਈ ਹੈ ਕਿ ਇੱਕ ਤਾਂ ਪੰਜਾਬ ਦਾ ਪੋਲੀਟੀਸ਼ੀਅਨ ਜਿਹੜਾ, ਜੇ ਪੰਜਾਬ ਦੀ ਉਹ ਗੱਲ ਕਰਦੇ ਹਾਂ, ਬਹੁਤਾ ਪੋਲੀਟੀਸ਼ੀਅਨ ਇੱਕ ਦੂਜੇ ਦਾ ਰਿਸ਼ਤੇਦਾਰ ਹੈ। ਕਿਸੇ ਵੀ ਪਾਰਟੀ ਦੇ ਜੇ ਤੁਸੀਂ ਘਰਾਣਿਆਂ ਦੀਆਂ ਰਿਸ਼ਤੇਦਾਰੀਆਂ ਲੱਭੋਗੇ, ਦਲਤਾਂ ਦੀਆਂ ਦਲਤਾਂ 'ਚ, ਬਾਕੀ ਦੇ ਬਾਕੀ, ਕਿਉਂਕਿ ਇੱਕ ਕਲਾਸ ਪੈਦਾ ਹੋ ਜਾਂਦੇ ਆ ਐਲੀਟ, ਫਿਰ ਅੱਗੇ ਮੁੰਡੇ ਕੁੜੀਆਂ ਦੇ ਰਿਸ਼ਤੇ ਵੀ ਆਪਸ ਦੇ ਵਿੱਚ ਹੀ ਹੁੰਦੇ ਨੇ, ਹੈ ਨਾ। ਇੱਕ ਤਾਂ ਉਹ ਬੜਾ ਵੱਡੀ ਗੱਲ ਹੈ। ਲੋਕਾਂ ਨੂੰ ਚਾਹੇ ਸਟੇਜ 'ਤੇ ਕੁਝ ਕਹਿਣ, ਅੰਦਰ ਉਹ ਇਕੱਠੇ ਹੀ ਨੇ ਬਹੁਤੇ, ਉਹਨਾਂ 'ਚ ਕੋਈ ਬਹੁਤ ਬੜਾ ਫਰਕ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਇਦੋਂ ਪਹਿਲਾਂ ਹੀ ਜਿਹੜੇ ਬੰਦੇ ਨੂੰ ਉਧਰ ਟਿਕਟ ਨਹੀਂ ਮਿਲੀ, ਉਹ ਪਹਿਲਾਂ ਹੀ ਛੱਡ ਕੇ ਪਾਰਟੀ ਉਧਰ ਚਲਾ ਗਿਆ, ਇੱਧਰ ਨਹੀਂ ਮਿਲੀ ਉਧਰ ਚਲਾ ਗਿਆ, ਸਾਰੀਆਂ ਪਾਰਟੀਆਂ 'ਚ ਮਿਕਸਚਰ ਹੈ। ਤਾਂ ਸੱਤਾ ਤੋਂ ਬਾਅਦ ਵੀ ਮਿਕਸਚਰ ਹੋ ਜਾਊਗਾ ਤਾਂ ਕੀ ਫਰਕ ਹੈ? ਲੋਕ ਕੀ ਕਹਿਣਗੇ ਵਿਚਾਰੇ? ਅੱਛਾ, ਹੁਣ ਜੋ ਐਸਐਮਏ ਸੀਐਮ ਦੇ ਉਮੀਦਵਾਰ ਸਨ, ਲੱਗਦਾ ਵੀ ਸੁਪਨੇ ਲੈਣੇ ਸ਼ੁਰੂ ਕਰ ਦਿੱਤੇ ਨੇ ਜਾਂ ਆਪਣੀ ਸੈਟਿੰਗਾਂ ਕਰਨੀ ਸ਼ੁਰੂ ਕਰ ਦਿੱਤੀਆਂ ਨੇ ਵੀ ਸਾਡੀ ਸਰਕਾਰ ਬਣ ਜੂਗੀ? ਕਿਉਂਕਿ ਆਪਾਂ ਦੇਖਿਆ ਸੀ 12 ਦੇ ਵਿੱਚ ਕੈਪਟਨ ਸਾਹਿਬ ਨੇ ਜਿਸ ਤਰੀਕੇ ਨਾਲ ਸਾਰੀ ਸੈਟਿੰਗ ਕਰ ਲਈ ਸੀ, ਇੱਕ ਟੈਂਟ ਵੀ ਲਗਾ ਦਿੱਤੇ ਗਏ ਸੀ, ਖਾਣਾ ਵੀ ਅਰੇਂਜਮੈਂਟ ਕਰ ਲਿਆ ਸੀ। ਫਿਰ ਲੱਗਦਾ ਵੀ ਹੁਣ ਵੀ ਕੋਈ ਇਹ ਜੋ ਉਮੀਦਵਾਰ ਸੀਐਮ ਦੇ ਹੈਗੇ ਨੇ ਚਿਹਰੇ ਸੋਚਦੇ ਹੋਣਗੇ ਵੀ ਸਾਡੀ ਸਰਕਾਰ ਬਣ ਜਾਏਗੀ, ਜਾਂ ਪਤਾ ਉਹਨਾਂ ਨੂੰ ਵੀ ਨਹੀਂ ਹਾਲੇ ਜਲਦਬਾਜ਼ੀ ਹੋਊਗੀ? ਨਹੀਂ, ਮੈਨੂੰ ਲੱਗਦਾ ਅੰਦਾਜ਼ੇ ਤਾਂ ਹੁੰਦੇ ਹੀ ਨੇ, ਕਈ ਵਾਰ ਅੰਦਾਜ਼ੇ ਗਲਤ ਵੀ ਸਾਬਤ ਹੁੰਦੇ ਨੇ, ਅੰਦਾਜ਼ੇ 100% ਸਹੀ ਨਹੀਂ ਹੁੰਦੇ, ਪਰ ਕਈ ਥੋੜ੍ਹੇ ਜਿਹੇ ਜ਼ਿਆਦਾ ਉਤਸ਼ਾਹਤ ਹੁੰਦੇ ਨੇ, ਉਹ ਪਬਲਿਕਲੀ ਦਿਖਾ ਦਿੰਦੇ ਨੇ। ਨਹੀਂ ਤਾਂ ਅੰਦਰ ਖਾਤੇ ਮਿਨਿਸਟਰੀਆਂ ਬਣਾਉਣਾ, ਕਿਹਨੂੰ ਕਿਹੜੀ ਦੇਣੀ ਹੈ, ਇਹ ਤਾਂ ਸਾਰਿਆਂ ਦਾ ਹੀ ਚੱਲਦਾ। ਜਿਹੜੀਆਂ ਮੇਨ ਧਿਰਾਂ ਹੁੰਦੀਆਂ ਨੇ ਕਿ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਬਣਾ ਹੀ ਲੈਣਾ ਜੇ ਉਹ। ਕੈਪਟਨ ਸਾਹਿਬ ਨੇ ਉਦੋਂ ਥੋੜ੍ਹਾ ਜਿਹਾ ਜ਼ਿਆਦਾ ਕਰ ਲਿਆ, ਟੈਂਟ ਲਾ ਲਿਆ, ਅਤੇ ਇੱਥੇ ਬੰਦਿਆਂ ਦਾ ਖਾਣਾ, ਪੱਤਰਕਾਰ ਵੀ ਸੱਦ ਲਏ, ਸਾਂਝੀ ਦੇਖਾਂਗੇ ਆਪਾਂ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਤਾਂ ਇਸ ਵੀ 7 'ਚ ਅਕਾਲੀ ਦਲ ਆਇਆ ਅਤੇ 12 'ਚ ਆਪਾਂ ਨਹੀਂ ਆਉਣਾ। ਇੱਕ ਉੱਤਰ ਕਾਟੋ ਮੈਂ ਚੜ੍ਹੋ ਵਾਲਾ ਸੀ, ਉਦੋਂ ਹੀ ਮਾਹੌਲ ਬਦਲ ਗਿਆ ਕਿਉਂਕਿ ਦੁਬਾਰਾ ਅਕਾਲੀ ਆ ਗਏ ਸੀ ਅਸਲ ਦੇ ਵਿੱਚ ਪੰਜਾਬ ਦੇ ਵਿੱਚ। ਉਹ ਜਿਹੜੀ ਇੱਕ ਪੁਰਾਣੀ ਪ੍ਰਥਾ ਟੁੱਟ ਗਈ ਸੀ, ਫਿਰ ਸੀਰੀਅਸ ਹੋਏ ਵੀ ਨਹੀਂ ਇਹ ਬਦਲਾਅ ਵੀ ਹੋ ਜਾਂਦਾ। ਉਦੋਂ ਬਾਅਦ ਤਾਂ ਚੱਲਿਆ ਹੋਇਆ ਵਰਤਾਅ, ਜਿਵੇਂ ਪਾਕਿਸਤਾਨ, ਰਾਜਸਥਾਨ ਦੇ ਵਿੱਚ 2-3 ਵਾਰ BJP ਆ ਗਈ ਸੀ, ਮੱਧ ਪ੍ਰਦੇਸ਼ ਦੇ ਵਿੱਚ BJP ਆ ਗਈ ਸੀ, ਕਈ ਜਗ੍ਹਾ ਦੁਬਾਰਾ ਰਿਪੀਟ ਹੋਣਾ ਦੀ ਬਜਾਏ ਰਿਪੀਟ ਹੋਣਾ ਸ਼ੁਰੂ ਹੋ ਗਿਆ ਸੀ। ਮੈਂ ਕਹਿੰਦਾ ਇੱਕ ਪਾਰਟੀ ਦੀ ਬਜਾਏ ਦੂਜੀ ਆਉਣ ਦੀ ਬਜਾਏ ਇਹ, ਇਸ ਕਰਕੇ ਹੁਣ ਕੋਈ ਉਹਨਾਂ ਤਾਂ ਸ਼ਾਇਦ ਓਪਨ ਨਹੀਂ ਕਰੂਗਾ, ਪਰ ਕਈ ਪਾਰਟੀਆਂ ਅਫਸਰਾਂ ਨਾਲ ਮੀਟਿੰਗਾਂ ਕਰਨ ਦੀਆਂ ਕਣਸੂਹਾਂ ਸਾਰਿਆਂ ਦੇ ਸਾਹਮਣੇ ਆ ਰਹੀਆਂ ਨੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਹਮੀਦ ਸਿੰਘ। ਇੰਟਰਵਿਊ ਕਰਨ ਦਾ ਮਕਸਦ ਇਹ ਸੀ ਕਿ ਹੋਊਗਾ ਕੀ 10 ਮਾਰਚ ਨੂੰ, ਹੋਊਗਾ ਕਿ ਗੱਠਜੋੜ ਦੀ ਸਰਕਾਰ ਹੈ ਕਿ
ਇੱਕ ਜੋ ਸਰਕਾਰ ਇੱਕ ਪਾਰਟੀ ਬਣਾ ਕੇ ਲੈ ਜੂਗੀ, ਇਹ ਅਹਿਮ ਸਵਾਲ ਹੈ ਵੀ ਹੁਣ। ਤੇ ਦੂਸਰੇ ਪਾਸੇ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ, ਕੋਈ ਕਹਿ ਰਿਹਾ ਵੀ ਹਲੇ ਪਤਾ ਨਹੀਂ ਉਹ ਇਹਦਾ ਭਵਿੱਖ ਵਿੱਚ ਫੈਸਲਾ ਹੋਊਗਾ ਤਾਂ ਭਵਿੱਖ ਦੇ ਵਿੱਚ, ਪਰ ਉਸ ਤੋਂ ਪਹਿਲਾਂ ਕਈ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਵਾਕਈ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋ ਜਾਊਗਾ, ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਵੀ ਗੱਠਜੋੜ ਹੋ ਸਕਦਾ, ਜੋ ਪਹਿਲਾਂ 49 ਦਿਨ ਦੀ ਸਰਕਾਰ ਦਿੱਲੀ ਵਿੱਚ ਚੱਲੀ ਸੀ। ਹੁਣ ਦੇਖਾਂਗੇ ਕਿਹੜੇ ਪਾਸੇ ਇਹ ਜਾਊਗਾ ਸਾਰਾ ਵਰਤਾਰਾ। ਉਹ 10 ਮਾਰਚ ਨੂੰ ਕਿਸ ਦੀ ਸਰਕਾਰ ਬਣੂਗੀ ਜਾਂ ਗੱਠਜੋੜ ਦੀ ਆਊਗੀ, ਉਸ ਸਮੇਂ ਤੱਕ ਇੰਤਜ਼ਾਰ ਕਰਨਾ ਪੈਣਾ।